ਜੀਓ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ। ਜਨਮ ਮਰਨ ਮਲ ਉਤਰੈ ਸਾਚੇ ਕੇ ਗੁਣ ਗਾਏ। ਜਨਮ ਮਰਨ ਮਲ ਉਤਰੈ ਸਾਚੇ ਕੇ ਗੁਣ ਗਾਏ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਅਸੀਂ ਚੜ੍ਹਦੀ ਪ੍ਰਭਾਤ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾਉਣ ਦੇ ਕਾਬਲ ਹੋਏ ਹਾਂ। ਵਡਭਾਗੀ ਹਾਂ। ਅਰਦਾਸ ਦੀ ਸ਼ਮੂਲੀਅਤ ਤੋਂ ਉਪਰੰਤ ਅੱਜ ਦਾ ਗੁਰਬਚਨ, ਅੱਜ ਦਾ ਹੁਕਮਨਾਮਾ ਭਾਈ ਸਾਹਿਬ ਨੇ ਸਾਨੂੰ ਸਰਵਨ ਕਰਵਾਇਆ ਹੈ। ਸੋਰਠ ਕੀ ਵਾਰ ਮਹਲ ਚੌਥੇ ਕੀ, ਉਹਦੇ ਵਿੱਚੋਂ ਇਹ ਪਾਵਨ ਬਚਨ ਹੈ। 2 ਸ਼ਲੋਕ ਤੇ 1 ਪੌੜੀ। ਸ਼ਲੋਕ ਗੁਰੂ ਅਮਰਦਾਸ ਸਾਹਿਬ ਦੇ ਨੇ। ਪੌੜੀ ਕਿਉਂਕਿ ਵਾਰ ਮਹਲ ਚੌਥੇ ਕੀ ਹੈ, ਸੋ ਗੁਰੂ ਰਾਮਦਾਸ ਸਾਹਿਬ ਦੀ ਹੈ। ਇਹ ਸਮੁੱਚਾ ਪੈਕੇਜ 3 ਯੂਨਿਟਸ ਵਿੱਚ ਆ ਰਿਹਾ ਹੈ। ਆਉਂਦੇ ਬਣਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਨਾਲ ਅਸੀਂ ਸਾਂਝ ਪਾਉਣੀ ਹੈ। ਮਰਿਆਦਿਤ ਢੰਗ ਦੇ ਨਾਲ ਗੁਰਵਾਕ ਪ੍ਰਾਰੰਭ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਸਾਹਿਬ ਦਾ ਪਹਿਲਾ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਸ਼ਲੋਕ ਮਹਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਗੁਰ ਸੇਵਾ ਤੇ ਸੁਖ ਉਪਜੈ। ਗੁਰੂ ਬਾਬਾ ਜੀ ਨੇ ਜੋ ਬਾਣੀ ਦੇ ਵਿੱਚ ਦਰਜ ਕੀਤਾ ਹੈ, ਜਦੋਂ ਅਸੀਂ ਉਸ ਨੂੰ ਨਿਹਾਰਦੇ ਹਾਂ, ਪੜ੍ਹਦੇ ਹਾਂ, ਤੇ ਨਾਲ ਜਿਸ ਜੀਵਨ, ਮਨੁੱਖੀ ਜੀਵਨ ਦੇ ਸੰਸਾਰ 'ਚ ਅਸੀਂ ਰਹਿ ਰਹੇ ਹਾਂ, ਇਸ ਨੂੰ ਓਬਜ਼ਰਵ ਕਰਦੇ ਹਾਂ, ਫਿਰ ਮੈਚ ਕਰੀਏ ਤੇ ਪਤਾ ਲੱਗਦਾ ਹੈ ਇਹ ਬਾਣੀ ਬਿਲਕੁਲ ਗੁਰੂ ਬਾਬਾ ਜੀ ਨੇ ਪ੍ਰੈਕਟੀਕਲ, ਰੀਅਲ, ਬਿਲਕੁਲ ਯਥਾਰਥ ਤੇ ਸੱਚ ਤੇ ਲਿਖੀ ਹੈ। ਜਿਵੇਂ ਬਾਣੀ 'ਚ ਅਸੀਂ ਬਚਨ ਪੜ੍ਹੀਏ, ਮਹਾਰਾਜ ਕਹਿੰਦੇ ਨੇ ਸੁਖ ਕੋ ਮੰਗੈ ਬਹੁਤ ਬਹੁਤ, ਦੁੱਖ ਨਾ ਮੰਗੈ ਕੋਇ। ਸੰਸਾਰ ਦੇ ਵਿੱਚ ਕੋਈ ਬੰਦਾ ਕਿਸੇ ਰੇਸ ਦਾ ਆਇਆ, ਕਿਸੇ ਨਸਲ ਦਾ ਆਇਆ, ਕਿਸੇ ਖਿੱਤੇ ਦਾ ਵਾਸੀ ਆ, ਕੋਈ ਲੈਂਗੁਏਜ ਬੋਲਦਾ ਆ, ਕੋਈ ਕੰਮਕਾਰ ਕਰਦਾ ਆ, ਕਿਸੇ ਕਿਸਮ ਦੀ ਵੀ ਯੂਨੀਕਨੈਸ ਨਾਲ ਜੁੜਿਆ ਹੋਇਆ ਆ। ਪਰ ਜਿਸ ਇੱਕ ਲੈਵਲ 'ਤੇ ਦੇਖੋਗੇ ਤੁਹਾਨੂੰ ਇੱਕ ਯੂਨੀਵਰਸਲ ਸਿਮਿਲਰਿਟੀ ਨਜ਼ਰ ਪਏਗੀ। ਉਹ ਕੀ ਹੈ? ਖਾਹਿਸ਼ ਇੱਕ ਹੀ ਹੈ, ਸੁਖੀ ਹੋਵਾਂ ਬਸ। ਸੁਖ ਕੋ ਮੰਗੈ ਬਹੁਤ ਬਹੁਤ। ਹਰ ਸ਼ਖਸ ਇੱਕੋ ਚੀਜ਼ ਮੰਗ ਰਿਹਾ ਹੈ, ਬਹੁਤਾ ਸੁਖ, ਬਹੁਤਾ ਸੁਖ, ਬਹੁਤਾ ਸੁਖ। ਇਹੀ ਰੂਪ ਹੈ ਬਸ। ਪਰ ਇਹਦੇ ਨਾਲ ਇੱਕ ਹੋਰ ਯੂਨੀਵਰਸਲ ਰਿਐਲਿਟੀ ਵੀ ਹੈਗੀ ਹੈ। ਜਿੰਨੀ ਸੁੱਖ ਦੀ ਖਾਹਿਸ਼ ਰੱਖੀ ਮਨੁੱਖ ਨੇ, ਓਨਾ ਸੁਖ ਨਹੀਂ, ਬਹੁਤਾ ਜ਼ਿੰਦਗੀ 'ਚ ਦੁੱਖ ਹੈ। ਅਸੀਂ ਵੀ ਝਾਤ ਮਾਰਦੇ ਹਾਂ ਕਿ ਜਿਹਨੂੰ ਸਾਹਿਬ ਨੇ ਕਿਹਾ ਸੀ, ਸੁਖ ਕੋ ਮੰਗੈ ਬਹੁਤ ਬਹੁਤ, ਦੁੱਖ ਨਾ ਮੰਗੈ ਕੋਈ। ਸੁਖ ਹੈ ਕੋ ਦੁੱਖ ਅਗਲਾ। ਉਸ ਸੁੱਖ ਮੰਗਣ ਵਾਲੇ ਨੂੰ ਦੁੱਖ ਅੱਗੇ ਹੋ ਕੇ ਮਿਲਦਾ ਹੈ। ਮੇਨ ਇੱਛਾ ਕੁਝ ਸੀ, ਪ੍ਰਾਪਤ ਕੁਝ ਹੋਰ ਹੋ ਰਿਹਾ ਹੈਗਾ। ਇਸ ਨੂੰ ਗੁਰੂ ਬਾਬਾ ਜੀ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ ਕਿ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕਈ ਵਾਰ ਬੰਦਾ ਜਦੋਂ ਬਹੁਤ ਸੈਲਫ ਸੈਂਟਰਡ ਹੋ ਜਾਏ ਤੇ ਇਸ ਕਿਸਮ ਦੀ ਵੀ ਆਪਣੇ ਮਨ ਦੇ ਵਿੱਚ ਧਾਰਨਾ ਬਣਾ ਲੈਂਦਾ ਹੈ। ਵੀ ਆਲ ਹੈਵ ਸਮ ਕਾਈਂਡ ਆਫ perceptions about ourselves and about the whole
world that I am the worst suffering person in this globe. मैं असल ਦੇ ਸਭ ਤੋਂ ਵੱਧ ਜਿਹੜਾ ਹੈਗਾ ਤੰਗੀ ਹੰਢਾ ਰਿਹਾ, ਦੁੱਖ ਵਿੱਚ ਹਾਂ, ਤਕਲੀਫ ਵਿੱਚ ਹਾਂ, ਮੈਨੂੰ ਕੋਈ ਨਹੀਂ ਸਮਝਦਾ। ਬੰਦਾ ਮੋਸਟਲੀ ਇਹ ਸਮਝਦਾ ਹੈ। ਬਾਣੀ ਨੇ ਕਿਹਾ ਹਕੀਕਤ ਇਹ ਨਹੀਂ ਗੀ। ਹਕੀਕਤ ਇਹ ਹੈ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੰਭਾਇਆ ਜਗ। ਮੈਂ ਸਮਝਦਾ ਸੀ ਮੈਂ ਹੀ ਦੁਖੀ ਹਾਂ, ਮੈਨੂੰ ਹੀ ਪ੍ਰੋਬਲਮ ਹੈ, ਮੈਨੂੰ ਹੀ ਸਫਰਿੰਗ ਹੋ ਰਹੀ ਹੈ, ਮੈਨੂੰ ਹੀ ਕੋਈ ਇਸ਼ੂ ਹੈਗਾ। ਦੁੱਖ ਸਬਾਇਆ ਜਗ, ਜਦੋਂ ਚਾਰ ਚੁਫੇਰੇ ਉੱਚੇ ਜਾ ਕੇ ਖੜੇ ਹੋ ਕੇ ਝਾਤ ਮਾਰਦਾ ਤਾਂ ਸਾਰਾ ਸੰਸਾਰ ਹੀ ਕਿਸੇ ਨਾ ਕਿਸੇ ਇਸ਼ੂਜ਼ ਨਾਲ ਡੀਲ ਕਰ ਰਿਹਾ ਹੈਗਾ। ਸੋ ਇਹ ਹੈ ਕਿ ਇੱਕ ਯੂਨੀਵਰਸਲ ਰਿਐਲਿਟੀ ਹੈ। ਸਾਡੀਆਂ ਜਿਹੜੀਆਂ ਖਾਹਿਸ਼ਾਂ ਨੇ, ਡਿਜ਼ਾਇਰਸ ਨੇ, ਇੱਛਾਵਾਂ ਨੇ, ਉਹਨਾਂ ਇੱਛਾਵਾਂ ਦਾ ਅਤੇ ਜਿਹੜਾ ਸਾਡਾ ਜੀਵਨ ਯਾਪਨ ਆ, ਜਿਹੜੀ ਸਾਡੀ ਡੇ ਟੂ ਡੇ ਲਾਈਫ ਆ, ਉਹਦੇ 'ਚ ਮਿਸਮੈਚ ਹੈ। ਇੱਛਾ ਕੁਝ ਆ, ਪ੍ਰਾਪਤ ਕੁਝ ਹੋਰ ਹੋ ਰਿਹਾ ਹੈ। ਗੁਰੂ ਮਹਾਰਾਜ ਜਿਸ ਬਾਬਤ ਅਸੀਂ ਜਿਸ ਇਸੇ ਚੀਜ਼ ਨੂੰ ਕਹੀਏ ਕਿ ਪਾਤਸ਼ਾਹ ਇਹਦੇ 'ਚ ਬ੍ਰਿਜਿੰਗ ਨਹੀਂ ਹੋ ਸਕਦੀ। ਇਹ ਖਾਈ ਜਿਹੜੀ ਵਿੱਚ ਹੈ, ਮੰਗ ਕੁਝ ਰਿਹਾ ਮਿਲ ਕੁਝ ਰਿਹਾ ਹੈ, ਇਹਦੇ ਵਿੱਚ ਕੋਈ ਪੁਲ ਨਹੀਂ ਵੱਜ ਸਕਦਾ ਤਾਂ ਕਿ ਜੋ ਖਾਹਿਸ਼ ਆ ਉਹੀ ਹੰਡਾਵਾਂ, ਜੋ ਹੰਡਾ ਰਿਹਾ ਉਹੀ ਖਾਹਿਸ਼ ਹੋ ਜਾਏ। ਇਹ ਚੀਜ਼ ਇਸ ਤਰੀਕੇ ਨਾਲ ਬਣ ਨਹੀਂ ਸਕਦੀ। ਇਹਨੂੰ ਅਸਲ ਵਿੱਚ ਅਸਲ ਸੁੱਖ ਕਿਹਾ ਜਾਂਦਾ ਆ, ਜਿਹੜਾ ਅੰਦਰ ਦਾ ਅਤੇ ਬਾਹਰ ਦਾ ਤਵਾਜ਼ਨ ਇੱਕ ਹੋ ਜਾਏ। ਬੰਦਾ ਇਸ ਅਹਿਸਾਸ, ਇਹ ਬੈਲੈਂਸਡ ਅਪਰੋਚ ਲਾਈਫ ਦੀ ਹੈ। ਇਹਦੇ ਬਾਬਤ ਗੁਰਬਾਣੀ ਨੇ ਸਾਨੂੰ ਜੋ ਸੰਦੇਸ਼ ਦਿੱਤਾ ਆ, ਉਹਦਾ ਕੁਝ ਹਿੱਸਾ ਇਹਦੇ ਸਾਡੇ ਸਾਹਮਣੇ ਹੈ। ਸਭ ਕਹਿੰਦੇ ਜੇ ਇਹ ਸੁੱਖ ਚਾਹੁੰਦਾ ਆ, ਇਹ ਸੁੱਖ ਹੈ ਕਿ ਇੱਛਾਵਾਂ ਦੇ ਵਿੱਚ ਅਤੇ ਜੀਵਨ ਦੇ ਅਸਲ ਯਾਪਨ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਮਹਾਰਾਜ ਕਹਿੰਦੇ ਗੁਰ ਸੇਵਾ ਤੇ ਸੁੱਖ ਉਪਜੈ। ਇਹ ਸੁੱਖ ਉਪਜ ਸਕਦਾ ਆ, ਪਰ ਇਹਦੇ ਕੰਡੀਸ਼ਨ ਤੈਨੂੰ ਫੁਲਫਿਲ ਕਰਨੀ ਪਏਗੀ। ਦ ਕੰਡੀਸ਼ਨ ਇਜ਼ ਗੁਰ ਸੇਵਾ, ਗੁਰੂ ਦੀ ਸੇਵਾ ਵਿੱਚ ਲੱਗਣਾ ਪਏਗਾ। ਹੁਣ ਜਿਹੜਾ ਗੁਰਦ ਸੇਵਾ ਆ, ਗੁਰੂ ਦੀ ਸੇਵਾ ਦੇ ਵਿੱਚ ਜਾਣ ਦੀ ਗੱਲ ਹੋ ਰਹੀ ਹੈ। ਗੁਰੂ ਸਾਡੇ ਵਾਸਤੇ ਗੁਰੂ ਕੀ ਹੈ? 10 ਜਾਮਿਆਂ ਦੇ ਵਿੱਚ ਇੱਕ ਜੋਤ ਨੇ ਇੱਕ ਪੂਰੇ ਦਾ ਪੂਰਾ ਇੰਸਟੀਟਿਊਸ਼ਨ ਬਿਲਡ ਕੀਤਾ, ਜਿਹਨੂੰ ਸਿੱਖੀ ਕਹਿੰਦੇ ਆ। ਅਤੇ ਉਸ ਸਿੱਖੀ ਇੰਸਟੀਟਿਊਸ਼ਨ ਦੇ ਬਿਲਕੁਲ ਸੈਂਟਰ ਦੇ ਵਿੱਚ, ਮਰਕਜ਼ ਦੇ ਵਿੱਚ ਗ੍ਰੰਥ ਸਾਹਿਬ ਸਥਾਪਿਤ ਕੀਤੇ। ਜੇ ਕੋਈ ਸ਼ਖਸ ਕਹੇ ਕਿ ਆਈ ਰੀਅਲੀ ਵਾਂਟ ਟੂ ਸਰਵ ਮਾਈ ਗੁਰੂ, ਦੈਨ ਡੈਫੀਨਿਟਲੀ ਪਰਸਨ ਮਾਈਟ ਆਸਕ ਵੇਅਰ ਟੂ ਸਟਾਰਟ। ਗੁਰੂ ਬਾਬਾ ਜੀ ਨੇ ਕਿਹਾ, ਦੇਖ ਜੇ ਗੁਰੂ ਦੀ ਸੇਵਾ ਕਰਨੀ ਆ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸੇਵਾ ਤੇਰੇ ਤੋਂ ਹੋਣੀ ਨਹੀਂ। ਮਹਾਰਾਜ ਇਹ ਕਿਵੇਂ ਹੋ ਸਕਦਾ ਆ? ਮੈਂ ਚਾਹੁੰਦਾ ਮੈਂ ਸੇਵਾ ਕਰਾਂ ਗੁਰੂ ਦੀ, ਮੇਰੀ ਗੁਰੂ ਨਾਲ ਬਣ ਆਵੇ, ਗੁਰੂ ਦੀ ਸੇਵਾ ਮੈਨੂੰ ਪ੍ਰਾਪਤ ਹੋਏ। ਅਤੇ ਬਾਣੀ ਦਾ ਬਚਨ ਇਹ ਹੈ, ਸਾਹਿਬ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ। ਗਾਖੜੀ ਕਹਿੰਦੇ ਨੇ ਬਹੁਤ ਮੁਸ਼ਕਿਲ, ਕਠਨ। ਇਹ ਸੇਵਾ ਗਾਖੜ ਹੈ, ਔਖੀ ਹੈ। ਕਿਉਂ ਔਖੀ ਹੈ? ਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਐਵੇਂ ਹੋਏਗੀ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ। ਇੱਥੇ ਸਿਰ ਦੇਣਾ ਪਏਗਾ, ਇਹੀ ਗੁਰੂ ਦੀ ਸੇਵਾ ਆ। ਜੇ ਲਿਟਰਲੀ ਤੌਰ 'ਤੇ ਸਿਰ ਦੇਣ ਦੀ ਗੱਲ ਹੋਏ ਤਾਂ ਭਾਰਤੀ ਖਿੱਤੇ 'ਚ ਲੋਕ ਬਲੀ ਦੇ ਦਿੰਦੇ ਹੁੰਦੇ ਸੀ ਆਮ ਕਰਕੇ ਪੁਰਾਣੇ ਸਮੇਂ ਤੋਂ। ਕਿਸੇ ਦਾ ਸਿਰ ਵੱਢ ਦੇਣਾ, ਬੱਚੇ ਦੀ ਬਲੀ ਦੇ ਦੇਣੀ। ਕਈ ਵਾਰ ਇਹ ਵੀ ਸਾਨੂੰ ਪੜ੍ਹਨ ਸੁਣਨ ਨੂੰ ਮਿਲਦਾ ਇਤਿਹਾਸ ਵਿੱਚ, ਹੋਰ ਜਗ੍ਹਾ 'ਤੇ ਆਪਣਾ ਵੀ ਸਿਰ ਵੱਢ ਦੇਣਾ। ਗੁਰੂ ਬਾਬਾ ਜੀ ਕਹਿੰਦੇ ਸਿਰ 'ਤੇ ਚਾਹੀਦਾ, ਪਰ ਐਵੇਂ ਨਹੀਂ ਚਾਹੀਦਾ ਨਾ, ਥਾਲੀ 'ਚ ਪਾ ਕੇ ਤੂੰ ਫਿਜ਼ੀਕਲੀ ਵੱਢ ਕੇ ਸਿਰ ਦੇ ਦੇ। ਨਾ ਨਾ ਨਾ, ਇਹ ਸੇਵਾ ਨਹੀਂ ਗੁਰੂ ਦੀ। ਗੁਰੂ ਦੀ ਸੇਵਾ ਹੈ ਸਿਰ ਦੇਣਾ ਹੈ, ਪਰ ਐਵੇਂ ਨਹੀਂ ਦੇਣਾ ਕਿ ਫਿਜ਼ੀਕਲੀ ਐਕਚੁਅਲੀ ਯੂ ਕੈਨ ਕੱਟ ਇਟ ਐਂਡ ਪ੍ਰੈਜ਼ੈਂਟ ਇਟ। ਨੋ, ਮਹਾਰਾਜ ਦਾ ਬਚਨ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ। ਸਿਰ ਦੇਣਾ, ਪਰ ਕਿਵੇਂ? ਆਪ ਗਵਾਏ। ਸਿਰ ਤੇਰੇ ਮੋਢਿਆਂ 'ਤੇ ਰਵੇ, ਪਰ ਸਿਰ ਦੇ ਵਿੱਚ ਤੇਰੀ ਜਗ੍ਹਾ 'ਤੇ ਗੁਰੂ ਦੀ ਮੱਤ ਹੋਏ। ਬਸ ਆ ਤੇਰੇ ਆਪਣਾ ਵਿੱਚੋਂ ਆਪਣਾ ਆਪਾ ਨਿਕਲ ਜਾਏ, ਗੁਰੂ ਆ ਕੇ ਬਹਿ ਜਾਏ ਵਿੱਚ। ਇਹ ਸੇਵਾ ਆ ਗੁਰੂ ਦੀ। ਗੁਰੂ ਦੀ ਸੇਵਾ ਆ ਗੁਰੂ ਦੀ ਗੱਲ ਪੜ੍ਹਨੀ, ਗੁਰੂ ਦੀ ਗੱਲ ਸੁਣਨੀ, ਪੜ੍ਹ ਸੁਣ ਕੇ ਉਹਨੂੰ ਜੀਵਨ ਦੇ ਵਿੱਚ ਮੈਨੀਫੈਸਟ ਕਰਨਾ। ਦੈਟ ਇਜ਼ ਸੇਵਾ। ਇਹ ਸੇਵਾ ਬੰਦਾ ਕਰੇਗਾ, ਸੁੱਖ ਉਪਜੈ, ਡੈਫੀਨਿਟਲੀ ਸੁੱਖ ਪੈਦਾ ਹੋਏਗਾ। ਜਦੋਂ ਇਸ ਸੇਵਾ ਲਈ ਬੰਦਾ ਤਤਪਰ ਨਹੀਂ, ਤਿਆਰ ਨਹੀਂ, ਫਿਰ ਹਾਂ ਗੱਲਾਂ ਹੋ ਸਕਦੀਆਂ ਨੇ। ਬੰਦਾ ਥੋੜ੍ਹਾ ਬਹੁਤਾ ਉਸ ਰੂਪ ਵਿੱਚ, ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਜਗ੍ਹਾ ਬਚਨ ਲਿਖਿਆ ਸੀਗਾ,
ਉਹ ਕਹਿੰਦੇ ਕਿ ਪੁੱਛਤ ਪਤਿਕ ਤੇ ਮਾਰਗ ਨ ਤਾਰੈ ਪੱਗ ਪ੍ਰੀਤਮ ਕੇ ਦੇਸ ਕੈਸੇ ਬਾਤ ਨ ਸਜਾਈ ਹੈ। ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈ ਹੈ। ਉਹ ਕਹਿੰਦੇ ਗੱਲ ਇਹ ਹੈ ਕਿ ਬੰਦਾ ਰਾਹ ਪੁੱਛੀ ਜਾਏ। ਜੇ ਸਪੋਜ਼ ਕਰੋ ਤੁਸੀਂ ਕਿਤੇ ਜਾਣਾ ਹੋਏ ਤੇ ਤੁਸੀਂ ਕਹੋ ਕਿ ਅੱਛਾ ਬੱਸ ਦਾ ਰੂਟ ਕਿਹੜਾ ਆ, ਫਲਾਂ ਰੂਟ ਹੈ, ਉਹਦਾ ਕਿਰਾਇਆ ਕਿੰਨਾ ਆ, ਫੇਅਰ ਕਿੰਨਾ ਬਣਦਾ, ਰਾਹ 'ਚ ਇੰਨਾ ਫੇਅਰ ਬਣਦਾ, ਅੱਛਾ ਟਾਈਮ ਕਿੰਨਾ ਲੱਗੇਗਾ, ਟਾਈਮ ਲੱਗੇਗਾ 2 ਘੰਟੇ 4 ਘੰਟੇ, ਅੱਛਾ ਬੱਸ ਦੀ ਸਰਵਿਸ ਕਿੰਨੇ ਟਾਈਮ ਬੈਠੇ, ਕਿੰਨੀ ਫਰੀਕੁਐਂਟਲੀ ਬੱਸ ਚੱਲਦੀ ਹੈ, ਸਾਰੀ ਇਨਫੋਰਮੇਸ਼ਨ ਨੋਟ ਕਰੀ ਜਾਏ ਹਰ ਰੋਜ਼ ਕਰੀ ਜਾਏ। ਪਹੁੰਚੇਗਾ ਉਸ ਦਿਨ ਜਿਸ ਦਿਨ ਉੱਥੇ ਜਾਣ ਵਾਸਤੇ ਪ੍ਰਾਈਸ ਪੇ ਕਰੇਗਾ, ਟਿਕਟ ਬਾਏ ਕਰੇਗਾ। ਇਕੱਲਾ ਇਹ ਵੀ ਨਹੀਂ, ਫਿਰ ਉਸੇ ਤਰੀਕੇ ਨਾਲ ਐਗਜ਼ੀਕਿਊਟ ਕਰੇਗਾ। ਉਸ ਟਿਕਟ ਦੇ ਜ਼ਰੀਏ ਬੱਸ ਵਿੱਚ ਅਸਵਾਰ ਹੋਏਗਾ, ਟਾਈਮ ਸਪੈਂਡ ਕਰੇਗਾ ਉਹਨੇ ਪੂਰੇ ਦੇ ਪੂਰੇ ਜਰਨੀ ਦੇ ਵਿੱਚ, ਫਿਰ ਜਾ ਕੇ ਉੱਥੇ ਜਾ ਕੇ ਉਸ ਜਗ੍ਹਾ 'ਤੇ ਆਪਣੀ ਮੰਜ਼ਿਲ 'ਤੇ ਪਹੁੰਚ ਸਕੇਗਾ। ਇਹ ਸ਼ਬਦ ਦਾ ਸਫ਼ਰ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਪੋਥੀ ਪੁਰਾਨ ਕਮਾਈ ਹੈ। ਇਹ ਗ੍ਰੰਥ ਪੋਥੀਆਂ ਐਵੇਂ ਨਹੀਂ ਲਿਖੀਆਂ, ਨਾ ਕਮਾਈ ਕਰੀ ਇਹਨਾਂ ਦੀ। ਕਮਾਈ ਕੀ ਹੈ ਮਹਾਰਾਜ? ਕਮਾਈ ਹੈ ਇਹਨਾਂ ਨੂੰ ਪੜ੍ਹਨਾ, ਸੁਣਨਾ, ਅਲਾਪਣਾ, ਇਹਦੇ 'ਚ ਆਪਣੇ ਆਪ ਨੂੰ ਲਗਾਉਣਾ। ਦੂਸਰੀ ਐਗਜ਼ਾਮਪਲ ਭਾਈ ਗੁਰਦਾਸ ਜੀ ਸੀ ਕਿ ਜਿਹੜਾ ਹੈਗਾ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ। ਤੁਸੀਂ ਵੈਦ ਕੋਲ ਜਾਓ, ਡਾਕਟਰ ਕੋਲ ਕਹਿ ਲਓ, ਅੱਜ ਦੇ ਜ਼ਮਾਨੇ ਦੇ ਵਿੱਚ ਡਾਕਟਰ ਤੁਹਾਡਾ ਕੋਈ ਪ੍ਰੋਬਲਮ ਡਾਇਗਨੋਸ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਓਕੇ ਠੀਕ ਹੈ, ਤੇਰੇ ਇਸ ਮਰਜ਼ ਲਈ, ਤੇਰੀ ਇਸ ਪ੍ਰੋਬਲਮ ਲਈ, ਤੇਰੀ ਇਸ ਡਿਜ਼ੀਜ਼ ਲਈ, ਤੇਰੇ ਇਸ ਇਸ਼ੂ ਲਈ ਦਿਸ ਇਜ਼ ਦ ਮੈਡੀਸਨ। ਠੀਕ ਹੋਣੇ ਮੈਡੀਸਨ ਲੈ ਲਈ। ਫਿਰ ਡਾਕਟਰ ਇਕੱਲਾ ਮੈਡੀਸਨ ਨਹੀਂ ਦਿੰਦਾ, ਨਾਲ ਉਹ ਪ੍ਰਿਸਕ੍ਰਿਪਸ਼ਨ ਦੇ ਨਾਲ ਪ੍ਰੀਕਾਸ਼ਨਰੀ ਐਡਵਾਈਸ ਵੀ ਦਿੰਦਾ ਹੈ। 2 ਚੀਜ਼ਾਂ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ। ਇੱਕ ਜੋ ਉਹਨੇ ਪ੍ਰਿਸਕ੍ਰਾਈਬ ਕੀਤਾ, ਦਵਾਈ ਦਿੱਤੀ ਹੈ, ਉਹ ਤੁਸੀਂ ਲਓਗੇ। ਦੂਸਰਾ ਜਿਹੜੇ ਨੇ ਪ੍ਰੀਕਾਸ਼ਨਸ ਕਹੇ ਨੇ, ਇਹਨਾਂ ਚੀਜ਼ਾਂ ਬਾਰੇ ਕੌਸ਼ੀਅਸ ਹੋਈ, ਆਹ ਚੀਜ਼ਾਂ ਤੋਂ ਬਚੀ, ਆਹ ਚੀਜ਼ਾਂ ਬੜੀਆਂ ਲਾਜ਼ਮੀ ਨੇ, ਬੜੀਆਂ ਜ਼ਰੂਰੀ ਨੇ। ਮੈਨੂੰ ਸਰਲ ਐਗਜ਼ਾਮਪਲ ਕਈ ਵਾਰੀ ਕਰਦਾ ਕਿ ਕਿਸੇ ਦਾ ਗਲਾ ਖਰਾਬ ਹੋਏ ਅਤੇ ਖੰਘ ਵਗੈਰਾ ਲੱਗੀ ਹੈ ਤਾਂ ਡਾਕਟਰ ਪ੍ਰਿਸਕ੍ਰਾਈਬ ਕਰਦੇ ਪਿਆ ਮੈਡੀਸਨ ਲੈ ਆਈ, ਠੀਕ ਹੈ ਜੀ, ਮੈਡੀਸਨ ਲੈ ਲਈ। ਉਹ ਹੋ ਸਕਦਾ ਕਿਸੇ ਡਰੱਗ ਸਟੋਰ ਤੋਂ, ਕਿਸੇ ਫਾਰਮੇਸੀ ਤੋਂ $50 ਦੀ ਮੈਡੀਸਨ ਲੈ ਕੇ ਆਵੇ। $50 ਦੀ ਮੈਡੀਸਨ ਲੈ ਲਈ ਅਤੇ ਜਦੋਂ ਬਾਹਰ ਨਿਕਲਣ ਲੱਗੇ ਸਾਹਮਣੇ ਕੋਈ ਜਿਹੜੀ ਇਹ ਸਵੀਟ ਸ਼ਾਪ ਆ, ਅਤੇ ਉਦੋਂ ਸੋਚਦਾ ਚਲੋ ਦਵਾਈ ਤਾਂ ਲੈ ਲਈਏ, ਇੱਕ ਕੰਮ ਕਰਦੇ ਹਾਂ ਕੁਛ ਖਾਣ ਲਈ ਵੀ ਲੈ ਲੈਂਦੇ ਹਾਂ। $5-7 ਤੇ ਉੱਥੋਂ ਚਟਨੀ ਅਤੇ ਪਕੌੜੇ ਅਤੇ ਇਹੋ ਜਿਹੀਆਂ ਚੀਜ਼ਾਂ ਖਰੀਦ ਲਵੇ, ਐਨਫ ਹੈ। $50 ਦੀ ਦਵਾਈ ਅਤੇ $5 ਦੇ ਉਹ ਖਟਿਆਈ ਅਤੇ ਪਕੌੜੇ ਅਤੇ ਉਹੋ ਜਿਹੀਆਂ ਚੀਜ਼ਾਂ। ਦਵਾਈ ਕੋਈ ਅਸਰ ਨਹੀਂ ਕਰੇਗੀ, ਘਾਟ ਹੋ ਜਾਏਗੀ। ਐਕਚੁਅਲੀ ਜਿਹੜਾ ਖਾਤ ਔਖਦ ਨਾ ਸੰਜਮ ਸੇ, ਗੁਰਸੇਵਾ ਉਹ ਸੰਜਮ ਦਾ ਨਾਂ ਆ। ਗੁਰੂ ਕਹਿੰਦਾ, ਗੁਰੂ ਦੱਸਦਾ ਹੈ, ਗੁਰੂ ਨੂੰ ਪੜ੍ਹਦੇ ਹੋ, ਗੁਰੂ ਨਾਲ ਸਾਂਝ ਪਾਉਂਦੇ ਹੋ, ਗੁਰੂ ਦੀਆਂ ਜਿਹੜੀਆਂ ਟੀਚਿੰਗਸ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਗ੍ਰੈਬ ਕਰਦੇ ਹੋ, ਪਰਸੀਵ ਕਰਦੇ ਹੋ, ਅਤੇ ਪਰਸੀਵ ਕਰਨ ਦਾ ਪ੍ਰੋਸੈਸ ਕਰਦੇ ਹੋ, ਮੈਨੀਫੈਸਟ ਕਰਦੇ ਹੋ, ਐਗਜ਼ੀਕਿਊਟ ਕਰਦੇ ਹੋ, ਦੈਨ ਡੈਫੀਨੇਟਲੀ ਹੈਪੀਨੈਸ ਇਜ਼ ਗੋਇੰਗ ਟੂ ਹੈਪਨ। ਡੋਂਟ ਵਰੀ, ਉਹ ਦੂਰ ਨਹੀਂ ਰਹੇਗੀ ਤੇਰੇ ਤੋਂ। ਜਿਹੜਾ ਖੁਸ਼ਨੁਮਾ ਅਹਿਸਾਸ ਹੈ, ਸੁੱਖ ਦਾ ਅਹਿਸਾਸ ਹੈ, ਉਹ ਕਿਵੇਂ ਦੂਰ ਰਹਿ ਸਕਦਾ ਆ? ਗੁਰੂ ਅਮਰਦਾਸ ਸਾਹਿਬ ਦੀ ਗੱਲ ਕਰਦੇ ਨੇ, ਬਿਲਕੁਲ ਪ੍ਰੈਕਟੀਕਲ ਚੀਜ਼ ਆ। ਗੁਰਸੇਵਾ, ਉਹਦੀ ਸੇਵਾ 'ਚ ਲੱਗ, ਸ਼ਬਦ ਪੜ੍ਹ, ਸ਼ਬਦ ਸੁਣ, ਸ਼ਬਦ ਦੇ ਅਹਿਸਾਸ ਨਾਲ ਆਪਣੇ ਆਪ ਨੂੰ ਜੋੜ, ਅਤੇ ਜਿਵੇਂ ਜਿਵੇਂ ਉਸ ਸ਼ਬਦ ਦਾ ਅਹਿਸਾਸ, ਜਿਹਨੂੰ ਅਸੀਂ ਬੜਾ ਸਿੰਪਲੀਫਾਈ ਕਰਕੇ ਗੁਰੂ ਬਾਬਾ ਜੀ ਨੇ ਬਚਨ ਲਿਖਿਆ, ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ ਗਾਵੀਐ, ਗਾ ਉਹਨੂੰ। ਗਾਣਾ ਜਿਹੜਾ ਆ ਪੜ੍ਹਨ ਨਾਲੋਂ ਸੌਖਾ ਆ। ਗਾਣ ਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ, ਰਿਸਾਈਟ ਕਰਦੇ ਹਾਂ ਅਸੀਂ, ਜਿਵੇਂ ਕੀਰਤਨ ਹੋ ਰਿਹਾ ਵੈਸੀ ਬਾਣੀ ਗਾਈ ਜਾਏ, ਅਲਾਪੀ ਜਾਏ। ਉਸ 'ਤੇ ਅਲਾਪਣ ਦੇ ਨਾਲ ਜਿਹੜਾ ਇੱਕ ਤਰ੍ਹਾਂ ਦਾ ਸੁਰੀਲਾ ਅਹਿਸਾਸ ਸੁਰ 'ਤੇ 'ਚ ਆਉਂਦਾ ਆ। ਇਸੇ ਲਈ ਵਾਰ-ਵਾਰ ਕਿਹਾ ਗਿਆ ਸ਼ਬਦ ਗਾਓ, ਸ਼ਬਦ ਸੁਣੋ, ਇਹਦੇ ਉੱਤੇ ਫੋਕਸ ਕਰੋ। ਗਾਵੀਐ, ਫਿਰ ਗਾਏ ਨੂੰ ਸੁਣੀਐ, ਉਹਨੂੰ ਸੁਣੋ। ਜੋ ਪੜ੍ਹਿਆ ਜਾ ਰਿਹਾ, ਜੋ ਦੱਸਿਆ ਸੁਣਿਆ ਜਾ ਰਿਹਾ, ਉਹ ਬੰਦੇ ਦੀ ਸਰੋਤ ਦਾ ਵੀ ਸੰਬੰਧ ਉਹਦੇ ਨਾਲ ਹੈਗਾ। ਦਾਨੇ ਲੋਕਾਂ ਨੇ ਕਿਹਾ ਸੁਣਨਾ ਕੰਨ ਨਾਲ ਹੁੰਦਾ ਆ, ਨਹੀਂ। ਐਕਚੁਅਲੀ ਕੰਨ ਤੇ ਸਿਰਫ ਇੱਕ ਸੋਰਸ ਆ, ਬਹੁਤ ਛੋਟਾ ਜਿਹਾ। ਕੰਨ ਦੀ ਬਜਾਏ ਸੁਣਨਾ ਮਨ ਨਾਲ ਹੁੰਦਾ ਆ। ਕੰਨ ਤੇ ਮਨ ਜੁੜੇ ਨੇ ਆਪਸ ਵਿੱਚ, ਕੰਨ ਖੁੱਲ੍ਹੇ ਨੇ, ਤੁਹਾਡਾ ਮਨ ਕਿਤੇ ਹੋਰ ਹੈ,
ਗੱਲ ਜਿੰਨੀ ਮਰਜ਼ੀ ਵਧੀਆ ਹੋ ਰਹੀ ਹੋਏ, ਜਿੰਨੀ ਮਰਜ਼ੀ ਸੋਹਣੇ ਢੰਗ ਨਾਲ ਕੋਈ ਬਿਆਨ ਕਰ ਰਿਹਾ ਹੋਏ, ਉੱਚੀ ਬੋਲ ਰਿਹਾ ਹੋਏ, ਕੋਈ ਗੱਲ ਨਹੀਂ ਪੈਂਦੀ ਕੰਨ 'ਚ। ਬੰਦਾ ਦੁਬਾਰਾ ਦੁਹਰਾ ਕੇ ਕਹਿੰਦਾ ਮੇਰੀ ਗੱਲ ਦਾ ਪਤਾ ਲੱਗ ਗਿਆ ਤੈਨੂੰ? ਉਹ ਕਹਿੰਦਾ ਵੀ ਸੌਰੀ, ਮੈਨੂੰ ਦੁਬਾਰਾ ਦੱਸੀ, ਮੇਰਾ ਧਿਆਨ ਨਹੀਂ ਸੀਗਾ, ਮਨ ਨਹੀਂ ਸੀਗਾ। ਇਸ ਲਈ ਗਾਓ, ਗਾਏ ਨੂੰ ਸੁਣੋ ਮਨ ਕਰਕੇ, ਮਨ ਨੂੰ ਉਹਦੇ ਨਾਲ ਜਿਹੜਾ ਹੈਗਾ ਐਸੋਸੀਏਟ ਕਰੋ। ਗਾ ਵੀ ਹੈ, ਸੁਣੀਏ, ਮਨ ਰੱਖੀਏ ਭਾਓ। ਫਿਰ ਇਹ ਸੁਣੇ ਦੇ ਵਿੱਚ ਭਾਓ ਵੀ ਚਾਹੀਦਾ। ਭਾਓ ਮੀਨ ਇਹ ਗੱਲ ਕੀਤੀ ਹੈ, ਜਿਵੇਂ ਘਰਾਂ ਥਾਵਾਂ 'ਚ ਹੁੰਦਾ ਨਾ ਕਿ ਜਿਸ ਤੁਸੀਂ ਘਰ ਦੇ ਮੈਂਬਰ ਦਾ ਬਹੁਤ ਰਿਗਾਰਡ ਕਰਦੇ ਹੋ, ਰਿਸਪੈਕਟ ਕਰਦੇ ਹੋ, ਜਦੋਂ ਉਹ ਕੋਈ ਗੱਲ ਕਹਿੰਦਾ ਬੜੇ ਧਿਆਨ ਨਾਲ ਸੁਣਦੇ ਹੋ, ਗੱਲ ਕਹੀ ਇਹਨੇ। ਜਿਹੜਾ ਜਿਹਦਾ ਬਹੁਤਾ ਰਿਗਾਰਡ ਨਹੀਂ ਹੈਗਾ, ਜਿਹਦੀ ਕੋਈ ਬਹੁਤੀ ਰਿਸਪੈਕਟ ਨਹੀਂ ਹੈਗੀ, ਉਹ ਬੋਲੀ ਜਾ 10 ਵਾਰੀ 50 ਵਾਰੀ ਹੋ ਕੇ ਯਾਰ ਦੁਬਾਰਾ ਪੁੱਛ ਲਾਂਗੇ ਜੇ ਬਾੜੀ ਲੋੜ ਹੋਏਗੀ ਤੇ ਕਾਹਦਾ ਫਰਕ ਪੈਂਦਾ ਹੈਗਾ। ਭਾਵ ਦਾ ਮਤਲਬ ਹੁਣ ਗੁਰੂ ਨਾਲ ਭਾਵ ਨਹੀਂ ਹੈ। ਜਿਹਨੂੰ ਸਾਹਿਬ ਨੇ ਕਿਹਾ ਸੀ ਮੇਰੇ ਵਾਸਤੇ ਗੁਰੂ ਦਾ ਬੋਲਣਾ ਪਤਾ ਕੀ ਹੈ? ਗੁਰ ਰਸਨਾ ਅੰਮ੍ਰਿਤ ਬੋਲਦੀ। ਗੁਰੂ ਦੀ ਰਸਨਾ ਕੁਝ ਹੋਰ ਨਹੀਂ ਬੋਲਦੀ, ਅੰਮ੍ਰਿਤ ਹੀ ਬੋਲਦੀ ਹੈ। ਜੋ ਬੋਲਦੀ ਆਤਮਕ ਜੀਵਨ ਦੀ ਸਰਬੁਲੰਦਗੀ ਵਾਸਤੇ ਬੋਲਦੀ ਹੈ। ਗੁਰੂ ਦਾ ਇੱਕ ਇੱਕ ਬੋਲ ਮੇਰੇ ਵਾਸਤੇ ਕਾਈਂਡ ਆਫ ਪਿਓਰ ਨੈਕਟਰ ਆ। ਆਈ ਕੈਨ ਨੋਟ ਅਵੋਇਡ ਇਟ ਐਟ ਆਲ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਰਸਨਾ ਨਾਮ ਸੁਹਾਵੀ। ਉਹ ਇਤਨਾ ਸੁਹਾਵਾ ਨਾਮ ਆ, ਮੈਂ ਉਹਨੂੰ ਕਿਵੇਂ ਅਵੋਇਡ ਕਰ ਸਕਦਾ ਹਾਂ, ਮੈਂ ਕਿਵੇਂ ਇਗਨੋਰ ਕਰ ਸਕਦਾ ਹਾਂ ਉਸ ਨੂੰ। ਇਹ ਚੀਜ਼ ਇਹ ਹੈ ਭਾਵ। ਬੰਦੇ ਨੂੰ ਅਹਿਸਾਸ ਆ ਜਾਏ ਮੇਰਾ ਗੁਰੂ। ਇਸੇ ਲਈ ਸਾਡੇ ਘਰ ਤੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ। ਬੰਦਾ ਜਿੱਥੇ ਕਹਿੰਦਾ ਉੱਥੇ ਖੜ ਜਾ ਭਾਈ, ਹੁਕਮਨਾਮਾ ਸੁਣ। ਇਹ ਕੀ ਹੈ? 100% ਉਹਦੀ ਰਿਸਪੈਕਟ ਜਿਹੜੀ ਉਸ ਲੈਵਲ 'ਤੇ ਲੈ ਕੇ ਆਉਣੀ। ਜਿਵੇਂ ਜਿਵੇਂ ਰਿਸਪੈਕਟ ਜਿਹੜੀ ਹੈ ਲੂਜ਼ ਕਰਾਂਗੇ, ਅਸੀਂ ਆ ਵੈਸਟਰਨਾਈਜ਼ ਵਰਲਡ 'ਚ ਪੈ ਰਹੇ ਹਾਂ, ਅਮਰੀਕਨਾਈਜ਼ ਵਰਲਡ ਦੇ ਵਿੱਚ। ਆਪ ਹੈਰਾਨ ਹੋਵੋਗੇ, ਜਿਹੜੀਆਂ ਨਵੇਂ ਜ਼ਮਾਨੇ ਦੀਆਂ ਜੌਬਸ ਨੇ ਉਹ ਇਨੋਵੇਟਿਵ ਜੌਬਸ ਨੇ। ਲੇਬਰ ਜੌਬ ਉਵੇਂ ਦੀ ਨਹੀਂ ਰਹਿ ਗਈ, ਨੇਚਰ ਆਫ ਜੌਬ ਚੇਂਜ ਹੋ ਗਿਆ। ਟੈਕਨੀਕਲੀ ਸਾਊਂਡ ਲੋਕ ਜਿਹੜੇ ਨੇ ਉਹ ਲੋਕ ਇੱਥੋਂ ਦੀ ਇਕੋਨਮੀ ਦੇ ਵਿੱਚ ਵੱਡਾ ਕੰਟਰੀਬਿਊਟ ਵੀ ਕਰਦੇ ਨੇ ਅਤੇ ਵੱਡਾ ਉਹਦੇ 'ਚੋਂ ਜਿਹੜਾ ਚੰਕ ਆ ਉਹ ਲੈ ਵੀ ਜਾਂਦੇ ਨੇ, ਬਿਕੋਜ਼ ਦੇ ਹੈਵ ਐਕਚੁਅਲੀ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਜ਼ਿਆਦਾ ਐਕਸੈਸ ਹੈਗਾ। ਹੁਣ ਜਿਵੇਂ ਕੋਵਿਡ ਦੀ ਸਿਚੁਏਸ਼ਨ ਆ, ਲੋਕ ਆਊਟ ਆਫ ਜੌਬਸ ਹੋ ਗਏ। ਤੁਸੀਂ ਟੈਕਸੀ ਇੰਡਸਟਰੀ ਵੇਖ ਲਓ, ਟਰਾਂਸਪੋਰਟੇਸ਼ਨ ਇੰਡਸਟਰੀ ਵੇਖ ਲਓ, ਹੋਰ ਬਹੁਤ ਸਾਰੀ ਇਹੋ ਜਿਹੀ ਜਿੰਨੀ ਵੀ ਜੌਬ ਹੈਗੀ ਹੈ। ਪਰ ਸਾਰਿਆਂ ਦਾ ਐਵੇਂ ਥੋੜ੍ਹਾ ਹੋਇਆ। ਉਹ ਵੀ ਤਾਂ ਲੋਕ ਨੇ ਜਿਹੜੇ ਰਾਤ ਦਿਨ ਬਿਜ਼ੀ ਹੋ ਗਏ। ਜਿਵੇਂ ਮਾਈਕਰੋਸਾਫਟ ਨਾਲ ਕੰਮ ਕਰਨ ਵਾਲੇ ਲੋਕ ਨੇ, ਜ਼ੂਮ ਵਗੈਰਾ ਜਿਹੜੇ ਐਪ ਚਲਾ ਰਹੇ ਨੇ, ਜਿਹੜੇ ਹੋਰ ਇਹੋ ਜਿਹੀ ਜਿੰਨੀ ਇੰਡਸਟਰੀ ਹੈ ਟੈਕਨੀਕਲ ਸਾਈਡ ਤੋਂ, ਉਸ ਰੂਪ ਦੇ ਵਿੱਚ। ਅਤੇ ਆਪ ਕਦੀ ਦੇਖੋ ਜਾ ਕੇ ਸਿਲਿਕਨ ਜਿਹੜੀ ਵੈਲੀ ਦੇ ਵਿੱਚ, ਜਾਂ ਮਾਈਕਰੋਸਾਫਟ ਵਾਲਿਆਂ ਦੇ ਕੋਲ ਸਿਆਟਲ ਵਿੱਚ, ਜਾਂ ਹੋਰ ਜਿੱਥੇ ਜਿੱਥੇ ਇਹਨਾਂ ਦੀਆਂ ਪੋਕਟਸ ਹੈਗੀਆਂ ਨੇ, ਜੋ ਤੁਸੀਂ ਦੇਖੋਗੇ ਤੁਹਾਨੂੰ ਜਾ ਕੇ ਪਤਾ ਲੱਗੇਗਾ ਨਾਰਥ ਅਮਰੀਕਾ 'ਚ ਕਿ ਕਿਸੇ ਏਸ਼ੀਅਨ ਕੰਟਰੀ 'ਚ ਪਹੁੰਚ ਗਏ ਹਾਂ, ਕਿਸੇ ਅਫਰੀਕਨ ਕੰਟਰੀ 'ਚ ਪਹੁੰਚ ਗਏ ਹਾਂ। ਇਹ ਕੀ ਬਣਿਆ? ਟੋਟਲੀ ਜਿਹੜੀ ਉੱਥੇ ਕੰਮ ਕਰਨ ਵਾਲੀ ਵਰਕ ਫੋਰਸ, ਉਹਦੇ ਡੈਮੋਗ੍ਰਾਫਿਕਸ ਟੋਟਲੀ ਡਿਫਰੈਂਟ ਨੇ। ਫਿਰ ਇੱਥੋਂ ਦੇ ਬੌਰਨ ਬ੍ਰੌਟ ਅਪ ਕਿੱਧਰ ਗਏ ਨੇ ਸਾਰੇ? ਉਹਨਾਂ ਦੀ ਇੱਥੇ ਇਸ ਇਨੋਵੇਟਿਵ ਦੁਨੀਆ 'ਚ ਕੰਟਰੀਬਿਊਸ਼ਨ ਕਿਉਂ ਨਹੀਂ ਰਹਿ ਚੱਲਾ? ਉਹ ਆਪਣਾ ਇਹਦੇ 'ਚੋਂ ਜਿਹੜਾ ਵੱਡਾ ਚੰਕ ਹੈ ਉਹ ਕਿਉਂ ਨਹੀਂ ਲੈ ਪਾ ਰਹੇ? ਉਹਦਾ ਰੀਜ਼ਨ ਹੈ ਬੜਾ ਵੱਡਾ, ਕਿਉਂਕਿ ਜਿਹੜੀ ਤਾਲੀਮ ਆ, ਐਜੂਕੇਸ਼ਨ ਆ, ਇਹਦਾ ਸੰਬੰਧ ਸਿੱਧੇ ਤੌਰ 'ਤੇ ਧਿਆਨ ਨਾਲ ਹੈ, ਕੰਸਨਟ੍ਰੇਸ਼ਨ ਨਾਲ ਹੈ, ਇਕਾਗਰਤਾ ਨਾਲ ਹੈ, ਅਤੇ ਉਹਦੇ ਨਾਲ ਦੀ ਨਾਲ ਉਹਨੂੰ ਅਵੈਲਿਊਏਟ, ਉਹਨੂੰ ਇੱਕ ਤਰ੍ਹਾਂ ਦੇ ਨਾਲ ਉਹਦੀ ਵੈਲਿਊ ਨੂੰ ਸਮਝਣ ਨਾਲ ਹੈ। ਇੱਥੇ ਲੋਕ ਕਹਿੰਦੇ ਹਾਂ ਐਜੂਕੇਸ਼ਨ ਦੀ ਵੈਲਿਊ ਹੈ, ਵੈਲਿਊ ਕਰਨੀ ਚਾਹੀਦੀ ਹੈ, ਇਹ ਬੜੀ ਵੈਲਿਊਬਲ ਚੀਜ਼ ਹੈ। ਪਰ ਜਿਹੜਾ ਦੇ ਰਿਹਾ ਦ ਸੋਰਸ ਸਕੂਲ ਦੇ ਸੋਰਸ ਟੀਚਰ, ਉਹਦੀ ਰਿਸਪੈਕਟ ਨਹੀਂ ਰਹਿ ਗਈ। ਦੇयर इज नो ਰਿਸਪੈਕਟ ਟੂਵਰਡਸ ਟੀਚਰਸ, ਟੂਵਰਡ ਸਕੂਲਿੰਗ ਸਿਸਟਮ ਓਵਰ ਹੇਅਰ। ਜਿਵੇਂ ਜਿਵੇਂ ਉਹ ਲੋਅਰ ਲੈਵਲ 'ਤੇ ਜਾ ਰਹੀ ਹੈ, ਤਿਵੇਂ ਤਿਵੇਂ ਉਸ ਤਾਲੀਮ ਤੋਂ, ਉਸ ਐਜੂਕੇਸ਼ਨ ਤੋਂ ਉਹ ਲੋਕ ਵਿਰਵੇ ਹੋਈ ਜਾ ਰਹੇ ਨੇ। ਇਹ ਹੈ ਭਾਵ। ਜੇ ਸਾਡੀ ਗੁਰੂ ਦੇ ਪ੍ਰਤੀ ਭਾਵ ਨਹੀਂ, ਗੁਰੂ ਦੇ ਪ੍ਰਤੀ ਜਿਹੜੀ ਇਹਦੀ ਰਿਸਪੈਕਟ ਆ, ਉਸ ਤਰੀਕੇ ਨਾਲ ਨਹੀਂ ਰੱਖਾਂਗੇ, ਉਹਦੇ ਬਚਨ, ਉਹਦੇ ਬੋਲਾਂ ਦੀ ਵੈਲਿਊ ਸਾਡੇ ਲਈ ਕੀ ਰਹਿ ਜਾਏਗੀ? ਸੋ ਗੁਰ ਸੇਵਾ 'ਚ ਇਹ ਵੀ ਕੌਨਸੈਪਟ ਆਉਂਦਾ ਆ।
ਇੱਥੇ ਭਾਵਨੀ ਪ੍ਰਧਾਨ ਹੈ, ਇੱਥੇ ਆਸਥਾ ਸ਼ਰਧਾ ਆ। ਸਭ ਕਹਿੰਦੇ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਉਹਦੀ ਸ਼ਰਧਾ ਉਹ ਤੇ ਪੂਰੀ ਤਾਂ ਹੋਏਗੀ ਨਾ ਜੇ ਹੋਏਗੀ ਕੋਲ, ਜੇ ਹੈ ਹੀ ਨਹੀਂ, ਜੇ ਬੀਜ ਹੀ ਨਹੀਂ ਬੀਜਿਆ ਤਾਂ ਉਹਦਾ ਫਲ ਕਿੱਥੋਂ ਬੰਦਾ ਇੱਛਾ ਰੱਖੇਗਾ। ਭਾਵਨੀ ਨਹੀਂ ਅੰਦਰ, ਉਸ ਕਿਸਮ ਦੀ ਅਟੈਚਮੈਂਟ ਨਹੀਂ ਹੈਗੀ। ਸੋ ਇਹ ਹੈ ਗੁਰਸੇਵਾ। ਇਫ ਵੀ ਹੈਵ ਦੈਟ ਕਾਈਂਡ ਆਫ 100% ਰਿਸਪੈਕਟ ਟੂਵਰਡ ਗੁਰੂ ਐਂਡ ਟੋਪ ਆਫ ਦੈਟ, ਜੇ ਉਸ ਰਿਸਪੈਕਟ ਦੇ ਨਾਲ ਅਗਲੇ ਪੜਾਅ ਦੇ ਵਿੱਚ ਅਸੀਂ ਉਹਦੇ ਨਾਲ ਐਸੋਸੀਏਸ਼ਨ ਬਿਲਡ ਕਰਦੇ ਹਾਂ, ਉਹਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਪਰਸੀਵ ਕਰਦੇ ਹਾਂ, ਪ੍ਰੋਸੈਸ ਕਰਦੇ ਹਾਂ, ਸੁੱਖ ਕਿਉਂ ਨਹੀਂ ਆਏਗਾ? ਸੁੱਖ ਮਨ ਮੰਡਲ ਵਿੱਚ ਆਪਣੇ ਆਪ ਬਿਲਕੁਲ ਉਛਾਲੇ ਮਾਰ ਮਾਰ ਕੇ ਆਏਗਾ। ਤੇ ਸੁੱਖ ਹੈ ਕੀ ਹੈ? ਸੁੱਖ ਹੈ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਉਹਨਾਂ ਦੇ ਅਕੋਰਡਿੰਗਲੀ ਜਿਹੜਾ ਹੈਗਾ ਚੋਇਸਿਸ ਬਣਾਉਣੀਆਂ, ਐਕਸ਼ਨਸ ਕਰਨੇ, ਦੈਟ ਇਜ਼ ਸੁੱਖ। ਸੁੱਖ ਕੋਈ ਖਿਆਲ ਤੇ ਹੈ ਨਹੀਂ ਗਾ। ਜੇ ਇਕੱਲਾ ਖਿਆਲ ਹੋਏ ਤੇ ਫਿਰ ਜਿਹੜੇ ਲੋਕ ਭੰਗ ਵਗੈਰਾ ਪੀ ਲੈਂਦੇ ਨੇ ਜਾਂ ਕੁਛ ਆਰਾਮ ਨਾਲ ਬੈਠੇ ਆ ਨਸ਼ੇ ਦੀ ਹਾਲਤ 'ਚ, ਸੁੱਖ ਉਹਨੂੰ ਲੱਗਦਾ ਅਸੀਂ ਪਹੁੰਚ ਗਏ ਕਿਤੇ। ਜਿਹੜਾ ਬੰਦਾ ਥੋੜ੍ਹਾ ਜਿਹਾ ਸੂਬਰ ਹੈ ਉਹਨੂੰ ਪਤਾ ਹੈ ਸਿਰਫ ਖਿਆਲ ਆ, ਇਹ ਸੁੱਖ ਨਹੀਂ, ਇਹ ਭੁਲੇਖਾ ਆ। ਸੁੱਖ ਹੈ ਐਕਟ ਕਰਨ ਨਾਲ। ਜਦੋਂ ਅਮਲ ਕਰਾਂਗੇ, ਐਕਟ ਕਰਾਂਗੇ, ਉਸ ਚੀਜ਼ਾਂ ਜਦੋਂ ਉਸ ਤਰੀਕੇ ਨਾਲ ਬਣਨਗੀਆਂ, ਉਸਰਨਗੀਆਂ, ਫਿਰ ਸੁੱਖ ਆ। ਸ਼ਬਦ ਇਹ ਕਹਿੰਦਾ ਆ। ਸ਼ਬਦ ਇਕੱਲਾ ਸਮਾਧੀ ਨਹੀਂ ਲਵਾਉਂਦਾ ਤੁਹਾਨੂੰ, ਬਲਕਿ ਉਸ ਲੈਵਲ 'ਤੇ ਲੈ ਆਉਂਦਾ ਕਿ ਤੁਹਾਡੀ ਜਿਹੜੀ ਅੰਦਰ ਦੀ ਐਨਰਜੀ ਹੈ ਉਹ ਕਨਵਰਟ ਹੁੰਦੀ ਹੈ ਕਿਸੇ ਚੰਗੇ ਰਿਜ਼ਲਟ ਦੇ ਵਿੱਚ। ਅਤੇ ਫਿਰ ਇਕੱਲਾ ਤੁਹਾਨੂੰ ਹੀ ਨਹੀਂ ਮਹਿਸੂਸ ਹੁੰਦਾ, ਆਲਾ ਦੁਆਲਾ ਵੀ ਵੇਖਦਾ ਹੈ। ਜਿਹਨੂੰ ਸਾਹਿਬ ਨੇ ਕਿਹਾ ਸੀ ਨਾ ਵੀ ਜਦੋਂ ਸਹੀ ਰਾਹ 'ਤੇ ਤੁਰਦੇ ਤੇ ਆਲਾ ਦੁਆਲਾ ਵੀ ਤੁਹਾਨੂੰ ਓਬਜ਼ਰਵ ਕਰਨ ਤੋਂ ਰਹਿ ਨਹੀਂ ਸਕਦਾ। ਉਹ ਵੀ ਕਹੇਗਾ ਹਾਂ ਇਹ ਸੁਖੀ ਹੈ, ਇਹ ਚੰਗੇਰਾ ਆ, ਇਹ ਵਧੀਆ ਆ, ਇਹਨੂੰ ਇਸ ਚੀਜ਼ ਦੀ ਜਿਹੜੀ ਹੈ ਪ੍ਰਾਪਤੀ ਹੋ ਰਹੀ ਹੈ। ਗੁਰੂ ਅਮਰਦਾਸ ਸਾਹਿਬ, ਗੁਰਸੇਵਾ ਤੇ ਸੁਖ ਉਪਜੈ। ਤੇ ਫਿਰ ਇਹ ਸੁਖ ਐਸਾ ਆ, ਫਿਰ ਦੁੱਖ ਨਾ ਲੱਗਾ ਹੈ। ਜਦੋਂ ਇਹ ਸੰਸਾਰ ਦੀ ਬਿਰਤੀ ਇਸ ਕਿਸਮ ਦੀ ਕੋਈ ਸ਼ਖਸ ਸੁਖ ਦੇ ਰਾਹ 'ਤੇ ਤੁਰ ਰਿਹਾ ਹੈ, ਉਹਦੇ ਨਾਲ ਜੈਲਸ ਹੋਏਗੀ, ਉਹਦੇ ਆਲੇ ਦੁਆਲਿਓਂ ਕੁਝ ਨਾ ਕੁਝ ਜਿਹੜੇ ਉਸ ਚੀਜ਼ ਨੂੰ ਪਸੰਦ ਨਹੀਂ ਕਰਦੇ ਉਹ ਵੀ ਲੋਕ ਹੋਣਗੇ। ਅਤੇ ਉਹ ਫਿਰ ਮਲਟੀਪਲ ਲੈਵਲ 'ਤੇ ਐਫਰਟਸ ਪਾਉਣਗੇ ਉਹਨੂੰ ਉੱਥੋਂ ਡੇਗਣ ਵਾਸਤੇ। ਹੋਰ ਤਾਂ ਬਾਤ ਛੱਡੋ, ਬੰਦਾ ਆਪ ਹੀ ਆਪਣਾ ਦੁਸ਼ਮਣ ਬਣ ਜਾਂਦਾ ਹੈ। ਵਕਾਰ ਆ ਜਾਂਦੇ ਨੇ ਆਲੇ ਦੁਆਲਿਓਂ ਉਹਨੂੰ ਡੇਗਣ ਵਾਸਤੇ। ਫਿਰ ਉਹ ਸੁੱਖ ਦੁੱਖ ਦੀ ਦਸ਼ਾ 'ਚ ਬਦਲ ਜਾਂਦਾ। ਪਰ ਜਿਹਨੂੰ ਗੁਰੂ ਆਸ਼ੇ ਨਾਲ ਜੁੜ ਕੇ ਸੁੱਖ ਪ੍ਰਾਪਤ ਕਰਨ ਦੀ ਜਾਚ ਆ ਗਈ, ਫਿਰ ਦੁੱਖ ਨੇੜੇ ਨਹੀਂ ਆਉਂਦਾ। ਦੁੱਖ ਕਿਵੇਂ ਨੇੜੇ ਆਏਗਾ? ਹੁਣ ਸਪੋਜ਼ ਕਰੋ ਬੰਦੇ ਦੀ ਅਫੋਰਡੇਬਿਲਟੀ ਵੱਧ ਗਈ, ਉਹਦੀ ਬਾਇੰਗ ਐਬਿਲਿਟੀ ਵੱਧ ਗਈ, ਉਹਦੇ ਕੋਲ ਸਾਧਨ ਵੱਧ ਗਏ। ਹੁਣ ਕਰੇਗਾ ਕੀ? ਵੱਧ ਖਾਏਗਾ, ਵੱਧ ਸੁੱਖ ਭੋਗੇਗਾ। ਉਹਨੂੰ ਸੋਚੇਗਾ ਇਹੀ ਸੁੱਖ ਆ, ਬਿਮਾਰੀਆਂ ਲਾ ਲਏਗਾ। ਜਿਹਨੂੰ ਸੋਚ ਸਹੀ ਹੈ ਉਹ ਕਹੇਗਾ ਨਹੀਂ ਨਹੀਂ, ਵਧੀਆ ਖਾਣਾ ਹੈ, ਉਮਦਾ ਖਾਣਾ ਹੈ, ਲੋੜ ਅਨੁਸਾਰ ਖਾਣਾ ਹੈ। ਜੀਵਨ ਸਿਰਫ ਹਰ ਵਕਤ ਆਰਾਮ ਕਰਨ ਦਾ ਨਾਂ ਨਹੀਂ ਹੁੰਦਾ, ਜੀਵਨ ਮੁਸ਼ੱਕਤ ਕਰਨ ਦਾ ਨਾਂ ਆ। ਫਿਰ ਉਸ ਤਰੀਕੇ ਨਾਲ ਇਹ ਅਸਲ ਸੁੱਖ ਆ। ਆਪਣੀ ਹੈਲਥ ਨਹੀਂ ਖਰਾਬ ਕਰਨ ਦਿੰਦਾ, ਆਪਣਾ ਕੈਲੀਬਰ ਵੀ ਨਹੀਂ ਮਰਨ ਦਿੰਦਾ। ਉਸ ਤਰੀਕੇ ਨਾਲ ਲਗਾਤਾਰ ਉਹ ਇਨਵੈਸਟ ਕਰਦਾ ਆਪਣੀ ਐਨਰਜੀ ਉਸ ਤਰੀਕੇ ਨਾਲ। ਫਿਰ ਗੁਰੂ ਬਾਬਾ ਜੀ ਕਹਿੰਦੇ ਦੁੱਖ ਨਾ ਲੱਗੇ। ਦੁੱਖ ਕਿਵੇਂ ਲੱਗ ਜਾਏਗਾ ਉਹਨੂੰ ਆ ਕੇ? ਜਿਹੜਾ ਇੰਨਾ ਅਵੇਅਰ ਹੈ ਆਪਣੇ ਆਪ ਬਾਰੇ, ਆਪਣੇ ਆਲੇ ਦੁਆਲੇ ਬਾਰੇ। ਗੁਰੂ ਇਹ ਸਿਖਾਉਂਦਾ ਹੈ। ਅਗਲਾ ਬਚਨ ਲਿਖਿਆ ਸਾਹਿਬ ਨੇ, ਜੰਮਣ ਮਰਨਾ ਮਿਟ ਗਿਆ, ਰੀਅਲੀ ਸੈਲਵੇਸ਼ਨ ਜਿਹਨੂੰ ਕਹਿੰਦੇ ਹਾਂ ਅਸੀਂ। ਜੰਮਣ ਮਰਨਾ, ਰੀਕਾਰਨੇਸ਼ਨ। ਅਦਰਵਾਈਜ਼ ਜੀਵਨ ਸਾਈਕਲ ਦੀ ਤਰ੍ਹਾਂ ਤੁਰਿਆ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ। ਅਸੀਂ ਪਿਛਲੇ ਕੁਝ ਸਮੇਂ ਤੋਂ, ਕੋਈ 70-80 ਸਾਲਾਂ ਦੇ ਵਿੱਚ, ਪਿਛਲਿਆਂ ਦੇ ਵਿੱਚ ਅਸੀਂ ਕਿਹੋ ਜਿਹਾ ਵਰਲਡ ਕ੍ਰੀਏਟ ਕੀਤਾ ਐਲੋਪੈਥੀ ਦੀ ਹੈਲਪ ਦੇ ਨਾਲ, ਜਿਸ 'ਚ ਵੈਕਸੀਨਸ ਆ ਗਈਆਂ, ਵੱਡੇ ਲੈਵਲ 'ਤੇ ਮੈਡੀਕਲ ਇੰਟਰਵੈਂਸ਼ਨ ਆ ਗਈ, ਅਤੇ ਇੱਕ ਐਵਰੇਜ ਏਜ 80 ਅਬਵ ਹੋ ਗਈ। ਲੋਕਾਂ ਨੂੰ ਮਰਨਾ ਭੁੱਲ ਗਿਆ। ਜੇ ਤੁਸੀਂ ਪਿੱਛੇ ਚਲੇ ਜਾਓ ਤਾਂ ਐਵਰੇਜ ਏਜ ਲੈਸ ਦੈਨ 25 ਸੀਗੀ। ਐਵਰੇਜ ਏਜ ਮੈਂ ਬਾਤ ਕਰਦਾ ਹਾਂ, 1900 ਤੋਂ ਪਿੱਛੇ ਚਲੇ ਜਾਓ ਤੁਸੀਂ। ਨਾ ਕੋਈ ਵੈਕਸੀਨ ਸੀ, ਨਾ ਕੋਈ ਮੈਡੀਕਲ ਟਰੀਟਮੈਂਟ ਸੀਗਾ, ਅਤੇ ਪਤਾ ਸੀਗਾ ਮੌਤ ਹੋ ਜਾਣੀ। ਹੁਣ ਜਿਵੇਂ ਆ ਪੈਂਡੈਮਿਕ ਆ, ਹਾਲਾਂਕਿ ਬੜੀ ਫੈਟਲ ਕਿਹਾ ਜਾਂਦਾ ਆ, ਪਰ ਫਿਰ ਵੀ ਜਿਹੜਾ ਮੋਰਟੈਲਿਟੀ ਰੇਟ ਆ, ਦੈਟ ਇਜ਼ ਨੋਟ ਦੈਟ ਹਾਈ। ਕਾਫੀ ਮਤਲਬ ਉਸ ਲੈਵਲ 'ਤੇ ਨਹੀਂ ਹੈਗਾ। ਉਹਦਾ ਰੀਜ਼ਨ ਇਹ ਹੈ ਵੀ ਇੱਕ ਤਾਂ ਸਾਧਨ ਹੈਗੇ ਨੇ, ਰਿਸੋਰਸਿਸ ਹੈਗੇ ਨੇ, ਦੂਜੇ ਨੰਬਰ 'ਤੇ ਵੱਡੇ ਲੈਵਲ 'ਤੇ ਮੈਜਰਮੈਂਟਸ ਲੈ ਕੇ ਉਸ ਢੰਗ ਦੇ ਨਾਲ। ਫਿਰ ਵੀ ਡਰ ਆ, ਪੈਨਿਕ ਆ ਉਸ ਰੂਪ ਦੇ ਵਿੱਚ। ਜਿਸ ਤਰੀਕੇ ਨਾਲ ਮੋਰਟੈਲਿਟੀ, ਇਫ ਮੋਰਟੈਲਿਟੀ ਇਜ਼ ਹੈਪਨਿੰਗ ਔਨ ਏ ਮੈਸਿਵ ਲੈਵਲ, ਦੈਨ ਡੈਫੀਨੇਟਲੀ
ਲੋਕਾਂ ਦਾ ਫਿਰ ਅਸਲ ਜਿਹੜਾ ਕਾਲ ਆ ਨਾ, ਮੌਤ ਆ, ਇਹ ਬਹੁਤ ਕੁਝ ਸਿਖਾਉਂਦੀ। ਜਦੋਂ ਨੇੜੇ ਆਉਂਦੀ ਉਦੋਂ ਜਾ ਕੇ ਪਤਾ ਲੱਗਦਾ ਬੰਦੇ ਨੂੰ। ਮੈਂ ਤਾਂ ਬੜੇ ਬੜੇ ਦਾਨਿਸ਼ਮੰਦ ਲੋਕ ਪੜ੍ਹੇ, ਜਿਹੜੇ ਬੜੇ ਸਕਾਲਰ ਲੋਕ ਸੀਗੇ। ਖੁਸ਼ਵੰਤ ਸਿੰਘ ਬੜਾ ਵੱਡਾ ਰਾਈਟਰ ਆ, ਆਕਸਫੋਰਡ ਨੇ ਛਾਪਿਆ, ਵੱਡੀਆਂ ਵੱਡੀਆਂ ਨਿਊਜ਼ ਆਊਟਲੈਟਸ ਦੇ ਵਿੱਚ ਬੜੀਆਂ ਵੱਡੀਆਂ ਪੋਜੀਸ਼ਨ 'ਤੇ ਰਿਹਾ, ਅਤੇ ਤਾਉਮਰ ਇਸ ਚੀਜ਼ ਨੂੰ ਕਲੇਮ ਕਰਦਾ ਕਿ ਆਮ ਏਥੀਅਸਟ, ਆਈ ਡੋਂਟ ਬਿਲੀਵ ਇਨ ਐਨੀਥਿੰਗ। ਕਰਦਿਆਂ ਕਰਦਿਆਂ ਉਮਰ ਆ ਗਈ 90ਵਾਂ ਦੇ ਨੇੜੇ। ਜਦੋਂ ਉਮਰ ਆ ਗਈ ਅਤੇ ਹੁਣ ਮਜ਼ਾਕ ਵੀ ਕਰੇ, ਉਹ ਲੋਕੀ ਕਹਿੰਦੇ ਉਹ ਮੌਤ ਦੀ ਚਿੱਠੀ, ਮੇਰੀ ਚਿੱਠੀ ਗਵਾਚ ਗਈ, ਇਸ ਕਿਸਮ ਦੀਆਂ ਗੱਲਾਂ ਵੀ ਕਰੇ। ਪਰ ਹੁਣ ਜਿਵੇਂ ਜਿਵੇਂ ਹੋਰ ਨੇੜੇ ਆਇਆ, ਖੁਦ ਬਾਅਦ 'ਚ ਬਾਤ ਲਿਖੀ ਉਹਨੇ ਕਿ ਇੱਕ ਵਾਰੀ ਦਿੱਲੀ 'ਚ ਕੋਈ ਪ੍ਰੋਗਰਾਮ 'ਤੇ ਦਲਾਈ ਲਾਮੇ ਨਾਲ ਇਕੱਠਾ ਹੋਇਆ। ਦਲਾਈ ਲਾਮਾ ਜਿਹੜਾ ਬੋਧੀਆਂ ਦਾ ਲੀਡਰ ਹੈਗਾ, ਸਪਿਰਿਚੁਅਲ ਲੀਡਰ। ਤਾਂ ਦਲਾਈ ਲਾਮਾ ਨੂੰ ਇਹ ਪੁੱਛਦਾ ਹੈ, ਕਹਿੰਦਾ ਕਿ ਮੇਰਾ ਇੱਕ ਕੁਐਸਚਨ ਹੈ, ਜੇ ਤੂੰ ਆਨਸਰ ਕਰ ਸਕੇ ਤਾਂ। ਕੀ ਕੁਐਸਚਨ ਹੈ? ਕੁਐਸਚਨ ਇਹ ਹੈ ਕਿ ਵਾਟਸ ਗੋਨਾ ਹੈਪਨ ਆਫਟਰ ਡੈਥ, ਮੌਤ ਤੋਂ ਬਾਅਦ ਕੀ ਹੋਏਗਾ? ਅਤੇ ਉਹ ਦਲਾਈ ਲਾਮਾ ਬਹੁਤ ਹਾਜ਼ਰ ਜਵਾਬ ਬੰਦਾ ਆ। ਉਹ ਚਟਕਾਰਾ ਲੈ ਕੇ ਹੱਸ ਕੇ ਕਹਿੰਦਾ ਗੱਲ ਇਹ ਹੈ, ਜੋ ਮਰਜ਼ੀ ਹੋਏ, ਤੁਸੀਂ ਤਾਂ ਬਿਲੀਵ ਹੀ ਨਹੀਂ ਕਰਦੇ ਕਿਸੇ ਚੀਜ਼, ਤੁਹਾਨੂੰ ਕਾਹਦਾ ਫਿਕਰ ਆ? ਉਹ ਜਦੋਂ ਇਹ ਗੱਲ ਹੋਈ ਤਾਂ ਇੱਕਦਮ ਅਹਿਸਾਸ ਹੋਇਆ ਵੀ ਉਹ ਮੈਂ ਤਾਂ ਪਕੜਿਆ ਗਿਆ, ਇਹ ਕੀ ਗੱਲ ਬਣੀ। ਅਤੇ ਉਹ ਕਹਿੰਦੇ ਨਹੀਂ ਮੈਂ ਕੁਛ ਲਿਖਣਾ ਸੀ, ਮੈਂ ਤਾਂ ਪੁੱਛ ਰਿਹਾ ਸੀ। ਦਲਾਈ ਲਾਮਾ ਫਟਕੀ ਮਾਰ ਕੇ, ਜਿਹਨੂੰ ਤਾੜੀ ਮਾਰਨੀ ਕਹਿੰਦੇ, ਉਹ ਕਰਕੇ ਕਹਿੰਦਾ ਓਏ ਹੁਣ ਤਾਂ ਮੰਨ ਜਾ ਵੀ ਹੁਣ ਦਿਸ ਰਹੀ ਹੈ, ਹੁਣ ਤੇ ਝੂਠ ਨਾ ਬੋਲ, ਹੁਣ ਤਾਂ ਗੱਲ ਮੂੰਹ 'ਤੇ ਆ ਗਈ। ਐਕਚੁਅਲੀ ਦੱਸ ਨਾ ਅਲਟੀਮੇਟਲੀ ਕੀ ਹਕੀਕਤ ਆ। ਜਦੋਂ ਬੰਦਾ ਉਸ ਚੀਜ਼ ਦੇ ਨੇੜੇ ਜਾਂਦਾ ਆ, ਫਿਰ ਬੰਦੇ ਨੂੰ ਡਰ ਵੀ ਆਉਂਦਾ ਹੈ, ਭੈ ਵੀ ਆਉਂਦਾ ਆ। ਪਰ ਜੇ ਹੁਣ ਗੁਰਬਾਣੀ ਵਰਗੀ ਰਚਨਾ ਜੋ ਸਮਝਾ ਰਹੀ ਹੈ, ਜੇ ਬੰਦੇ ਨੂੰ ਉਹਦੀ ਸਮਝ ਆ ਜਾਏ, ਵਾਟ ਡਜ਼ ਡੈਥ ਮੀਨ ਐਗਜ਼ੈਕਟਲੀ, ਮੌਤ ਦਾ ਮਤਲਬ ਕੀ ਹੈ, ਸੈਲਵੇਸ਼ਨ ਹੋ ਜਾਏਗੀ। ਅਦਰਵਾਈਜ਼ ਬੰਦੇ ਦਾ ਸਿਸਟਮ ਜਿਹੜਾ ਹੈਗਾ ਉਹ ਐਕਸਪਾਇਰ ਹੋ ਰਿਹਾ ਹੈ। ਸਿਸਟਮ ਜਿਹੜਾ ਆ ਉਹ ਕਹਿ ਰਿਹਾ ਕਿ ਜਸਟ ਵੀ ਹੈਵ ਟੂ ਲੀਵ। ਬੰਦਾ ਸਾਈਕੋਲੋਜੀਕਲੀ ਰੈਡੀ ਨਹੀਂ ਹੈਗਾ, ਉਹ ਡਿਟੈਚਮੈਂਟ ਨਹੀਂ ਬਣਾਉਣਾ ਚਾਹੁੰਦਾ। ਕਿੱਡੀ ਵੱਡੀ ਤਰਾਸਦੀ ਆ ਉੱਥੇ ਬੰਦੇ ਨੂੰ ਜਾਣ ਦੀ ਜਿਹੜੀ ਹੈ। ਤੇ ਇਹ ਸਾਰਿਆਂ ਨਾਲ ਵਾਪਰਨ, ਲੇਟਰ ਔਰ ਸੂਨਰ ਵੀ ਹੈਵ ਟੂ ਲੀਵ। once we are not ready for that, then definitely it's big time suffering. ਇਸ ਲਈ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਜਦੋਂ ਉਹ ਹਾਲਤ ਬਣਦੀ ਹੈ ਤੇ ਹਕੀਕਤ ਇਹ ਹੈ ਵੀ ਜਿਹੜਾ ਆ ਉਹ ਹੱਥ ਮਰੋੜਾ ਤਨ ਕਪੈ ਸਿਆਹੋਂ ਹੋਵਾ ਸੇਤ। ਹੱਥ ਮਰੋੜੇ ਜਾਂਦੇ ਨੇ, ਤਨ ਕਾਂਪ ਖਾਂਦਾ ਆ। ਸਿਆਹ ਜਿਹੜਾ ਰੰਗ ਸੀਗਾ ਸਵੇਤ ਹੋਣਾ, ਚਿੱਟਾ ਹੋਣਾ ਸ਼ੁਰੂ ਹੋ ਜਾਂਦਾ। ਬੰਦੇ ਨੂੰ ਡਰ ਇਤਨਾ ਜ਼ਿਆਦਾ ਆ। ਪਰ ਜਿਹੜਾ ਇਸ ਚੀਜ਼ ਦੇ ਵਿੱਚੋਂ ਸਮਝ ਕੇ ਆਪਣੇ ਜੀਵਨ ਵਿੱਚ ਆ ਗਿਆ ਆ ਕਿ ਅਲਟੀਮੇਟਲੀ ਇਹਦਾ ਗੋਲ ਕੀ ਸੀਗਾ, ਆਪਾਂ ਜਾਣਾ ਕਿੱਥੇ ਹੈ। ਜੰਮਣ ਮਰਨਾ ਮਿਟ ਗਿਆ, ਉਹ ਖਤਮ ਹੋ ਗਿਆ। ਕਾਲੇ ਕਾ ਕਿਛ ਨਾ ਬਸਾਏ, ਉਹਨੂੰ ਕਾਲ ਦੀ ਕਾਹਦੀ ਪਰਵਾਹ ਆ। ਫਿਰ ਉਹ ਕਾਲ ਦੇ ਕਿਸੇ ਵਾਸਤੇ 'ਚ ਨਹੀਂ ਹੈਗਾ। ਉਹ ਤੇ ਜਿਉਂਦੇ ਹੀ ਆਪਣੇ ਆਪ ਨੂੰ ਜਿਹਨੂੰ ਕਿਹਾ ਜਾਏ ਕਿ ਲਿਬਰੇਸ਼ਨ ਦੇ ਉਸ ਲੈਵਲ 'ਤੇ ਆਪਣੀ ਸੋਚ ਨੂੰ ਆਪਣੀ ਸਾਈਕੋਲੋਜੀਕਲੀ ਆ ਚੁੱਕਾ ਆ। ਉਹਦੀ ਬਾਤ ਹੋ ਰਹੀ ਗੁਰੂ ਅਮਰਦਾਸ ਸਾਹਿਬ ਕਰਦੇ ਨਾਲ ਕਿਹਾ, ਹਰ ਸੇਤੀ ਮਨ ਰਵ ਰਹਿਆ ਸੱਚੇ ਰਿਹਾ ਸਮਾਏ। ਹਰੀ ਦੇ ਨਾਲ ਮਨ ਰਵਨ ਕਰ ਗਿਆ। ਮਨ ਹਰ ਵਕਤ ਕਿਸੇ ਨਾ ਕਿਸੇ ਦੁਨੀਆ ਨੂੰ ਆਪਣੇ ਨਾਲ ਵਾਕ ਕਰਾਉਂਦਾ ਆ। ਕੋਈ ਨਾ ਕੋਈ ਦੁਨੀਆ, ਖਿਆਲਾਂ ਦੀ ਦੁਨੀਆ ਜਿਹੜੀ ਮਨ ਦੇ ਨਾਲ ਵਾਕ ਕਰ ਰਹੀ ਹੈ। ਹੁਣ ਜਿਹੋ ਜਿਹੀ ਚੀਜ਼ ਨਾਲ ਵਾਕ ਕਰ ਰਹੀ ਹੈ, ਮਨ ਵਿੱਚ ਉਹੋ ਜਿਹੇ ਇੰਪਰੈਸ਼ਨ ਪੈ ਰਿਹਾ ਲਗਾਤਾਰ। ਬੰਦਾ ਦੇਖੇ ਬਾਹਰਲੀ ਸਿਚੁਏਸ਼ਨ ਬੰਦੇ ਨੂੰ ਕੋਈ ਨਹੀਂ ਖਜਾਂਦੀ, ਨਾ ਰਵਾਂਦੀ, ਨਾ ਹਸਾਂਦੀ, ਨਾ ਤੜਪਾਉਂਦੀ, ਨਾ ਮਨ ਦੀ ਦਸ਼ਾ ਹੀ ਕਰਾਉਂਦੀ ਸਭ ਕੁਛ। ਬਾਹਰ ਤੇ ਜਿਹੋ ਜਿਹੀ ਸਿਚੁਏਸ਼ਨ ਹੈ, ਜੇ ਬੰਦੇ ਕੋਲ ਸੋਝੀਏ ਤੇ ਬੰਦਾ ਉਸ ਨੂੰ ਆਪਣੇ ਤਰੀਕੇ ਦੇ ਨਾਲ ਉਹਦੇ 'ਚੋਂ ਰਿਜ਼ਲਟ ਕੱਢਣੇ ਸ਼ੁਰੂ ਕਰ ਦਿੰਦਾ ਹੈ। ਜਿੱਥੇ ਮਨ ਦੇ ਵਿੱਚ ਹਰੀ ਬੈਠਾ ਆ, ਰੱਬ ਦਾ ਪੈ ਬੈਠਾ ਆ, ਰੱਬ ਦੀ ਨਿਰਮਲਤਾ ਹੈਗੀ ਹੈ, ਉਹ ਮਨ ਸ਼ੁੱਧਤਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹਰ ਚੀਜ਼ ਵਿੱਚੋਂ ਸੁੱਖ ਲੱਭ ਲਏਗਾ। ਗੁਰੂ ਸਾਹਿਬ ਕਹਿੰਦੇ ਹਰ ਸੇਤੀ ਮਨ ਰਵ ਰਿਹਾ। ਹਰੀ ਦੇ ਨਾਲ ਜਿਹਦਾ ਮਨ ਰਵਣ ਕਰ ਰਿਹਾ ਹੈਗਾ ਆ, ਸੱਚੇ ਰਿਹਾ ਸਮਾਏ, ਸੱਚ ਵਿੱਚ ਸਮਾਏਗਾ, ਸੱਚ ਦੇ ਨੇੜੇ ਰਹੇਗਾ। ਅੱਜ ਪੂਰੀ ਦੁਨੀਆ ਦੀਆਂ ਜਿੰਨੀਆਂ ਵੀ ਥੈਰੇਪੀਜ਼ ਨੇ, ਜਿੰਨਾ ਵੀ ਥੈਰੇਪਿਊਟੀਕਲ ਵਰਲਡ ਆ, ਉਹ ਇਹੀ ਕਹਿੰਦਾ ਹੈ, ਲਿਵ ਇਨ ਰਿਐਲਿਟੀ। ਰਿਐਲਿਟੀ 'ਚ ਰਹੋ, ਅਸਲੀਅਤ 'ਚ ਰਹੋ। ਜਿਹੜੀ ਸਾਡੇ ਅੱਜ ਕੱਲ੍ਹ ਯੰਗ ਬੱਚਿਆਂ ਦੀ ਸਭ ਤੋਂ ਵੱਡੀ ਮੁਸ਼ਕਿਲ ਬਣ ਗਈ ਹੈ, ਫੈਂਟਸੀ 'ਚ ਰਹਿ ਰਹੇ ਨੇ।
ਜਿੰਨੀ ਤੁਸੀਂ ਵੀਡੀਓ ਗੇਮ ਤੋਂ ਲੈ ਕੇ ਹਰ ਚੀਜ਼ ਦੇਖੋ, ਦੈਟ ਇਜ਼ ਫੈਂਟਸੀ। ਤੇ ਉਹ ਫੈਂਟਸੀ ਜਿਹੜੀ ਹੈ ਉਹਨਾਂ ਦੀ ਰੀਅਲ ਲਾਈਫ ਨਾਲ ਉਹਦਾ ਕੋਈ ਕਨੈਕਸ਼ਨ ਨਹੀਂ ਬਣਦਾ। ਫਿਰ ਖਿੱਚ ਬੋਰਡਮ ਕੀ ਹੈ, ਤਾਂ ਹੀ ਬੋਰ ਹੁੰਦੇ ਨੇ। ਬਿਕੋਜ਼ ਰਿਐਲਿਟੀ ਦੈਟ ਇਜ਼ ਬੋਰਿੰਗ। ਵਾਈ ਇਜ਼ ਬੋਰਿੰਗ? ਦੇ ਨੈਵਰ ਲਿਵ ਇਨ ਰਿਐਲਿਟੀ। They always live some kind of actually fantasy, some kind of dream world, and that dream world is not real. ਹੁਣ ਆਹ ਜਿਹੜੀ ਅਸਲੀਅਤ ਆ, ਤੇ ਇਹ ਇਕੱਲੀ ਜਿਹੜੀ ਹੈ ਇਹ ਬੱਚਿਆਂ 'ਚ ਨਹੀਂ ਹੁੰਦੀ, ਸਾਡੇ 'ਚ ਵੱਡਿਆਂ 'ਚ ਵੀ ਹੁੰਦੀ ਹੈ। ਕਿ ਟੈਂਡੈਂਸੀ ਹੈ ਬੰਦੇ ਦੀ ਮਨ ਦੀ ਦਸ਼ਾ, ਮਨ ਕਿਤੇ ਹੋਰ ਰਹਿ ਰਿਹਾ। ਆਪਣੇ ਬੰਦਾ ਜਿਸ ਘਰ 'ਚ ਰਹਿ ਰਿਹਾ ਉਸ ਘਰ ਨੂੰ ਹੀ ਮਨ ਕਰਕੇ ਪਸੰਦ ਨਹੀਂ ਕਰਦਾ। ਡ੍ਰੀਮ ਹਾਊਸ ਕੁਝ ਹੋ ਰਿਹਾ, ਨਾ ਉਹ ਮਿਲਦਾ ਆ, ਨਾ ਇਹਦੇ 'ਚ ਰਹਿ ਪਾਉਂਦਾ ਆ। ਅਜੀਬ ਹਾਲਤ ਆ। ਜਿਹੜੇ ਰਿਸ਼ਤੇ 'ਚ ਰਹਿ ਰਿਹਾ ਉਹ ਰਿਸ਼ਤਾ ਪੂਰਾ ਕਰ ਰਿਹਾ ਕਿਸੇ ਤਰੀਕੇ ਨਾਲ, ਪਰ ਡ੍ਰੀਮ ਰਿਲੇਸ਼ਨਸ਼ਿਪ ਕੁਝ ਹੋ ਰਿਹਾ, ਉਹ ਹੈ ਨਹੀਂ, ਰਿਐਲਿਟੀ 'ਚ ਰਹਿ ਨਹੀਂ ਪਾ ਰਿਹਾ। ਅਜੀਬ ਹਾਲਤ ਆ। ਇਹ ਜਿਹੜੀ ਦਸ਼ਾ ਆ, ਐਕਚੁਅਲੀ ਇਹਨੂੰ ਹੀ ਪਾਪ ਕਿਹਾ ਜਾਂਦਾ ਆ। ਬੰਦਾ ਲੋਸਟ ਹੋ ਜਾਂਦਾ ਆ। ਗੁਰੂ ਮਹਾਰਾਜ ਕਹਿੰਦੇ ਜਦੋਂ ਉਹ ਗੁਰੂ ਸੇਵਾ ਦੇ ਨਾਲ ਜਿਹੜੀ ਚੀਜ਼ ਆਈ, ਉਹਦੇ ਨਾਲ ਸੱਚੇ ਰਿਹਾ ਸਮਾਏ। ਨਾਨਕ ਹਉ ਬਲਿਹਾਰੀ ਤਿੰਨ ਕੋ, ਹੇ ਨਾਨਕ ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜੋ ਚੱਲਣ ਸਤਿਗੁਰ ਪਾਏ, ਜਿਹੜੇ ਸਤਿਗੁਰ ਦੇ ਭਾਣੇ ਵਿੱਚ ਚੱਲਦੇ ਨੇ, ਜਿਹੜੇ ਆਪਣੀ ਜਿਹੜੀ ਲਾਈਫ ਦੀ ਐਨਰਜੀ ਹੈ ਉਹ ਗੁਰੂ ਨੂੰ ਪ੍ਰੋਸੈਸ ਕਰਨੇ 'ਚ ਲਗਾਉਂਦੇ ਨੇ, ਅਤੇ ਉਸ ਪ੍ਰੋਸੈਸ ਦੇ ਵਿੱਚੋਂ ਜੋ ਜੀਵਨ ਯਾਪਨ ਨਿਕਲਦਾ ਆ, ਜੋ ਵੇ ਆਫ ਲਾਈਫ ਅਕਰ ਹੁੰਦੀ ਹੈ, ਉਸ ਨੂੰ ਫਿਰ ਉਹ ਜਿਹੜਾ ਇੰਜੋਏ ਕਰਦੇ ਨੇ। ਅਗਲੇ ਦਾ ਦੂਸਰਾ ਸਲੋਕ ਹੈ, ਮਹੱਲਾ ਤੀਜਾ। ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸ਼ਿੰਗਾਰ। ਜਸਟ ਪੈਰਾਫਰੇਜ਼ਿੰਗ ਹੈ। ਜੋ ਪਹਿਲਾਂ ਕਿਹਾ ਸੀਗਾ ਇੱਕ ਡਿਫਰੈਂਟ ਲੈਵਲ 'ਤੇ ਇੱਕ ਡਿਫਰੈਂਟ ਗਲੋਸਰੀ ਨੂੰ ਯੂਜ਼ ਕਰਦਿਆਂ ਕਿਹਾ ਸੀਗਾ, ਜੋ ਹੁਣ ਕਿਹਾ ਆ ਇਹਨੂੰ ਡਿਫਰੈਂਟ ਵੇ ਨਾਲ ਕਿਹਾ, ਬਟ ਕਿਆ ਸੇਮ ਮੈਸੇਜ ਹੈ। ਬੰਦਾ ਜੇ ਕਹੇ ਵੀ ਗੁਰੂ ਅਮਰਦਾਸ ਸਾਹਿਬ, ਯੂ ਨੋ ਯੂ ਆਰ ਗਿਵਿੰਗ ਅਸ ਰੀਅਲੀ ਗੁੱਡ ਟੀਚਿੰਗਸ, ਬਟ ਆਈ ਐਮ ਨੋਟ ਕੈਪੇਬਲ, ਆਈ ਐਮ ਨੋਟ ਏਬਲ ਟੂ ਗ੍ਰੈਬ ਯੂਰ ਮੈਸੇਜ, ਕੈਨ ਯੂ ਐਲੈਬੋਰੇਟ ਲਿਟਲ ਬਿਟ। ਕਈ ਵਾਰੀ ਅਸੀਂ ਕਹਿ ਨਹੀਂ ਦਿੰਦੇ, ਥੋੜ੍ਹਾ ਇਹਨੂੰ ਹੋਰ ਵਿਸਥਾਰ ਦਿਓਗੇ। ਇਹ ਵਿਸਥਾਰ ਹੈ। ਇਹਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ, ਹੁਣ ਗੱਲ ਸਮਝੀ, ਬਿਨ ਸ਼ਬਦੈ ਸ਼ੁੱਧ ਨਾ ਹੋਵਈ, ਜੇ ਅਨੇਕ ਕਰੈ ਸ਼ਿੰਗਾਰ। ਤੁਸੀਂ ਇਹ ਕਹਿ ਲਓ ਘਰ ਦੇ ਵਿੱਚ ਨਾ ਬੜੀ ਜਿਹੜੀ ਹੈਗੀ ਹੈ ਡੀਪ ਲੈਵਲ ਦੀ ਮੈਸ ਪਈ ਹੈ, ਫਿਲਥ ਪਈ ਹੈ, ਗੰਦਗੀ ਪਈ ਹੈ, ਅਤੇ ਤੁਸੀਂ ਉਸ ਘਰ ਦੇ 'ਚ ਸੋਹਣੇ ਸੋਹਣੇ ਪਰਦੇ ਲਾਓ, ਉੱਤੇ ਵਧੀਆ ਵਧੀਆ ਪੇਂਟ ਕਰੀ ਜਾਓ, ਸੋਹਣਾ ਲੱਗੇਗਾ। ਉਹ ਭਲੇ ਬੰਦੇ, ਇਹ ਕੰਧਾਂ 'ਤੇ ਇਕੱਲਾ ਪੇਂਟ ਕਰਿਆ ਇਸ ਘਰ 'ਚ ਸੁਹੱਪਣ ਨਹੀਂ ਆਏਗਾ। ਇਕੱਲੇ ਪਰਦੇ ਬਦਲਣ ਨਾਲ ਨਹੀਂ, ਜਿਹੜੀ ਇਹਦੇ 'ਚ ਆ ਮੈਸ ਆ, ਡਸਟ ਆ, ਜਿਹੜੀ ਫਿਲਥ ਖਿਲ ਰਹੀ ਹੈ ਚਾਰ ਚੁਫੇਰੇ, ਉਹਨੂੰ ਕਿਉਂ ਨਹੀਂ ਕਲੀਨ ਕਰਦਾ? ਬੰਦਾ ਆਪਣੇ ਆਪ ਨੂੰ ਬਹਿਰੂਨੀ ਤੌਰ 'ਤੇ ਸ਼ਿੰਗਾਰ ਰਿਹਾ ਆ। ਬਹਿਰੂਨੀ ਤੌਰ 'ਤੇ ਸ਼ਿੰਗਾਰਨ ਦਾ ਮਤਲਬ ਇਹ ਕਹਿ ਲਓ, we are all just trying to attain more and more sources of kind of ਜਿਹੜੇ ਸੁੱਖ ਦੇ ਸਾਧਨ ਨੇ, ਇਕੱਠੇ ਕਰ ਲਈ, ਆਹ ਕਰ ਲਈ, ਆਹ ਬਣਾ ਲਈ, ਸ਼ਿੰਗਾਰ ਕਰ ਰਹੇ ਹਾਂ ਸਾਰਾ। ਜਿਹੜਾ ਅਸਲ ਕੰਮ ਹੈ ਉਹ ਹੈ ਸੈਲਫ ਕਲੀਨਜਿੰਗ, ਆਪਣੇ ਆਪ ਨੂੰ ਸ਼ੁੱਧ ਕਰਨਾ, ਪਿਓਰਿਟੀ ਲੈ ਕੇ ਆਉਣੀ ਆਪਣੇ ਆਪੇ ਵਿੱਚ, ਆਪਣੇ ਬੋਲ ਬਾਣੀ, ਰਹਿਣ ਸਹਿਣ ਵਿੱਚ, ਆਪਣੇ ਰਿਸ਼ਤਿਆਂ 'ਚ, ਆਲੇ ਦੁਆਲੇ ਸਾਰੇ ਵਿੱਚ। ਉਨੀ ਹਿੰਮਤ ਨਹੀਂ ਹੈਗੀ, ਕਰੇਜ ਨਹੀਂ ਹੈਗੀ। ਪੀਪਲ ਈਵਨ ਡੋਂਟ ਵਾਂਟ ਟੂ ਐਕਚੁਅਲੀ ਫੇਸ ਦੈਮਸੈਲਵਸ ਪ੍ਰੋਪਰਲੀ। ਅਸੀਂ ਤਾਂ ਮਾਈਂਡਫੁਲਨੈਸ ਦੀ ਐਕਸਰਸਾਈਜ਼ ਕਰਾਉਂਦੇ ਹਾਂ ਲੰਬੇ ਸਮੇਂ ਤੋਂ, ਐਂਡ ਵੈਨ ਪੀਪਲ ਗੋ ਲਿਟਲ ਬਿਟ ਇਨ ਮੈਡੀਟੇਸ਼ਨ ਸਾਈਡ, then most of the time they complain, no Bhai Sahib, it's too hard, no, I cannot even sit still. Why? Because something really bother me. ਇਹ ਤਾਂ ਹਮੇਸ਼ਾ ਉੱਥੇ ਹੀ ਸੀਗਾ, ਪਰ ਹੁਣ ਕੀ ਹੈ, ਕਿਉਂਕਿ ਹੁਣ ਜਦੋਂ ਕੰਸਨਟ੍ਰੇਸ਼ਨ ਆਉਂਦੀ, ਉਹ ਸਾਹਮਣੇ ਦਿਸਦਾ, ਉਹ ਤੰਗ ਕਰਦਾ, ਫਿਰ ਬੰਦਾ ਭੱਜਦਾ। ਜਿਹੜੀ ਇਹ ਚੀਜ਼ ਆ, ਗੁਰੂ ਬਾਬਾ ਜੀ ਕਹਿੰਦੇ ਬਿਨਾਂ ਸ਼ਬਦ ਤੋਂ, ਤੇ ਸ਼ਬਦ ਦਾ ਮਤਲਬ ਪਹਿਲੇ ਲੈਵਲ 'ਤੇ ਸਮਝੋ, ਜਿਹੜੀ ਸਟਿਲਨੈਸ ਆ ਉਹ ਆਵੇਗੀ, ਤਨ ਕਰਕੇ ਆਏਗੀ, ਫਿਰ ਮਨ ਕਰਕੇ ਆਏਗੀ, ਫਿਰ ਰਿਐਲਿਟੀ ਤੋਂ ਭੱਜੋਗੇ ਨਹੀਂ, ਉਹਨੂੰ ਫੇਸ ਕਰਨਾ ਸਿੱਖੋਗੇ। ਜਦੋਂ ਉਹਨੂੰ ਫੇਸ ਕਰਨਾ ਸਿੱਖੋਗੇ, ਦੁਨੀਆ ਦੀ ਕੋਈ ਤਾਕਤ, ਮਨ ਦੀ ਜਿਹੜੀ ਸ਼ਕਤੀ ਹੈ, ਜੋਤ ਦੀ ਤਾਕਤ ਹੈ, ਉਹਦੇ ਤੋਂ ਵੱਡੀ ਨਹੀਂ ਹੈ।
ਅਸੀਂ ਡਰਦੇ ਭੱਜ ਜਾਂਦੇ। ਜਿਸ ਦਿਨ ਅਸੀਂ ਜਿੱਡੀ ਵੱਡੀ ਵੱਡੀ ਮੁਸ਼ਕਲ ਹੈ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖੋਗੇ, ਮੁਸ਼ਕਲ ਹਰ ਜਾਏਗੀ ਉਸੇ ਦਿਨ ਛੋਟੀ ਹੋ ਜਾਏਗੀ। ਗੁਰੂ ਬਾਬਾ ਜੀ ਨੇ ਕਿਹਾ ਇਹ ਸ਼ਬਦ ਦੀ ਕਰਾਮਾਤ ਆ, ਸ਼ਬਦ ਦੇ ਨਾਲ ਜੁੜ, ਇਹਦੇ ਤੋਂ ਬਿਨਾਂ ਜੀਵਨ ਦੇ 'ਚੋਂ ਸ਼ੁੱਧਤਾ ਜਿਹੜਾ ਅਸੀਂ ਜਿਹਨੂੰ ਕਿਹਾ ਜਾਏ ਵੀ ਉਹ ਪਿਓਰ ਲੈਵਲ ਜਿਹੜਾ ਆ, ਜਿਹੜੀ ਅਸਲ ਅਵਸਥਾ ਆ, ਸੁਪੀਰੀਅਰ ਸਿਚੁਏਸ਼ਨ ਹੈ, ਉਹਨੂੰ ਤੁਸੀਂ ਅਟੇਨ ਨਹੀਂ ਕਰ ਸਕਦੇ। ਬਿਨ ਸ਼ਬਦ ਹੈ ਸ਼ੁੱਧ ਨਾ ਹੋ ਬਈ ਜੇ ਅਨੇਕ ਕਰੈ ਸ਼ਿੰਗਾਰ। ਨਾਲ ਹੀ ਬਚਨ ਲਿਖਿਆ ਪਿਰਕੀ ਸਾਰ ਨਾ ਜਾਣੀ ਦੂਜਾ ਹੈ ਪਾਏ ਪਿਆਰ। ਪਿਰਕੀ ਜਿਹੜਾ ਅਸਲ ਪਿਆਰ ਕਰਨ ਵਾਲਾ ਸੋਰਸ ਹੈ, ਉਹਨੂੰ ਪਿਆਰ ਨਾ ਕਰਕੇ ਬੰਦਾ ਕਿਤੇ ਹੋਰ ਮੋਹ ਮਾਇਆ 'ਚ ਪਿਆ ਹੈਗਾ ਆ। ਰੱਬ ਤੇ ਰੱਬ ਦੇ ਰੂਪ ਨੂੰ ਪਿਆਰ ਕਰੋ। ਆਹ ਸਰੀਰ ਇਹਨੂੰ ਰੱਬ ਦੀ ਸੌਗਾਤ ਸਮਝ ਕੇ ਸਭ ਸੰਭਾਲੋ। ਇਹ ਮਾਲਕ ਦਾ ਗਿਫਟ ਆ, ਮੈਨੂੰ ਕਮਾਲ ਹੀ ਹੋ ਜਾਏਗੀ। ਆਪਣੇ ਆਪ ਖੁਰਾਕ ਵੀ ਠੀਕ ਹੋ ਜਾਏਗੀ, ਪੋਸ਼ਾਕ ਵੀ ਠੀਕ ਹੋ ਜਾਏਗੀ, ਈਵਨ ਹਰ ਸਭ ਕੁਝ ਹੋਏਗਾ। ਵੰਸ ਆਈ ਰਿयलाइज I don't own it. That is a gift. It has been given to me by Mother Nature and I'm just custodian of this actually physical structure. Then I have some duties toward it. फिर खुराक भी ठीक है, पोशाक भी ठीक है, फिर एक्सरसाइज, सारा कुछ होएगा। इन बिन रिलेशनशिप संसार दे जिहड़े ने, माँ बाप ने, बच्चे ने, भैन भरा ने, they are all gifted to me. I have to take care of all of them. ਜਦੋਂ ਇਸ ਲੈਵਲ ਤੇ ਬਾਤ ਆ ਗਈ ਫਿਰ ਪਿਰਕੀ ਸਾਰ ਜਾਣ ਲਈ, ਫਿਰ ਪਿਆਰ ਵੀ ਸੱਚਾ ਹੋਏਗਾ। ਅਦਰਵਾਈਜ਼ ਉਹਦੀ ਪਿਰ ਦੀ ਸਾਰ ਨਹੀਂ ਜਾਣੀ ਤੇ ਬੰਦਾ ਇੱਕ ਅਜੀਬ ਮੋਹ ਮਾਇਆ 'ਚ ਪਿਆ। ਸਭ ਕਹਿੰਦੇ ਉਹਨੂੰ ਫਿਰ ਦੂਜਾ ਭਾਏ ਪਿਆਰ, ਉਹਨੂੰ ਪਿਆਰ ਦੀ ਸਮਝ ਵੀ ਨਹੀਂ ਆਉਂਦੀ। ਅਗਲਾ ਬਚਨ ਹੈ ਸਾ ਕੁਸੁੱਧ ਸਾ ਕੁਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਬੜੇ ਸਖਤ ਵਰਡ ਨੇ। ਆਤਮਿਕ ਤੌਰ 'ਤੇ ਸਾਨੂੰ ਗੁਰੂ ਸਾਹਿਬ ਨੇ ਇੱਕ ਔਰਤ ਦੇ ਤੌਰ 'ਤੇ, ਨਾਰੀ ਦੇ ਤੌਰ 'ਤੇ ਬਿਆਨ ਕੀਤਾ ਅਤੇ ਨਾਰੀਆਂ ਦੇ ਵਿੱਚ ਜਿਹੜੀ ਕੁਸੁੱਧ ਅਤੇ ਕੁਲੱਖਣੀ ਅਤੇ ਕੁਨਾਰ ਆ, ਉਸ ਨੂੰ ਇੱਕ ਤਰ੍ਹਾਂ ਦੇ ਨਾਲ ਇੱਕ ਜਿਹਨੂੰ ਕਿਹਾ ਜਾਏ ਕਿ ਇੱਕ ਲਾਂਛਣ ਹੈ ਬੜਾ ਵੱਡਾ। ਸਾਡੇ ਅੰਦਰ ਵੀ ਜੇ ਅਸੀਂ ਆਤਮਿਕ ਤੌਰ 'ਤੇ ਆਪਣੇ ਆਪ ਨੂੰ, ਆਪਣੀ ਸਪਿਰਿਟ ਨੂੰ ਉਸ ਲੈਵਲ 'ਤੇ ਇੰਜੋਏ ਨਾ ਕਰ ਪਾਏ ਤਾਂ ਡੈਫੀਨੇਟਲੀ ਫਿਰ ਸਾਨੂੰ ਤਰੀਕਾਰ ਆ। ਅਗਲਾ ਬਚਨ ਲਿਖਿਆ ਪੌੜੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਨੇ, ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ, ਹਰੀ ਆਪਣਾ ਤਰਸ ਕਰੀ ਮੇਰੇ 'ਤੇ। Nowadays people easily claim I'm spiritual, but Maharaj is giving us very good measurement. If anyone is claiming I'm spiritual, then there is actually certain kind of universal criteria that person has to fulfill. ਉਹਦੀ ਜਿਹੜੀ ਪਹਿਲੀ ਨਿਸ਼ਾਨੀ ਹੈ, ਪਹਿਲਾ ਸਾਈਨ ਐਂਡ ਸਿੰਪਟਮ ਹੈ ਸਪਿਰਿਚੁਅਲ ਹੋਣ ਦਾ, ਬੋਲ ਬਾਣੀ। ਬੋਲਦਾ ਕਿਵੇਂ ਹੈ, ਬਚਨ ਕਿਵੇਂ ਨੇ, ਅਲਫਾਜ਼ ਕਿਵੇਂ ਨੇ, ਬੰਦਾ ਦੂਜਿਆਂ ਦੇ ਨਾਲ ਕਿਸ ਭਾਸ਼ਾ ਦੇ ਵਿੱਚ ਆ ਰਿਹਾ ਹੈਗਾ। ਜੇ ਉਹਦੀ ਲੈਂਗੁਏਜ ਦੇ ਵਿੱਚ ਅਜੇ ਵੀ ਮਤਲਬ ਪੂਰੀ ਤਰ੍ਹਾਂ ਹੇਟਡ ਉਹ ਲੈਂਗੁਏਜ ਆ, ਹੇਟਡ ਸਾਰਾ ਦਾ ਸਾਰਾ ਉਹ ਹੈਗਾ ਆ, ਉਹਦੇ 'ਚ ਗੁੱਸਾ ਆ, ਉਹਦੀ ਸਭ ਚੀਜ਼ਾਂ ਨੇ ਜੇ ਦੂਰ ਆ। ਹਰ ਬੋਲਣੀ ਬੈਣੀ ਦਾ ਮਤਲਬ ਉਹਦੀ ਬੋਲ ਬਾਣੀ ਦੇ ਵਿੱਚ ਹਰੀ ਹਰੀ ਹੋਏ, ਉਹਦਾ ਭਾਵ ਹੋਏ। ਅਗਲਾ ਬਚਨ ਲਿਖਿਆ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ। ਫਿਰ ਉਹ ਨਾਮ ਵਿੱਚ ਧਿਆਨ ਹੈ, ਫਿਰ ਜ਼ਿੰਦਗੀ ਦਾ ਅਸਲ ਲਾਹਾ ਲੈ ਰਿਹਾ। ਉਹਦੀ ਜਿਹੜੀ ਅਰਨਿੰਗ ਆ ਜਸਟ ਉਹ ਇਹ ਰੋਕੜ ਅਰਨਿੰਗ ਨਹੀਂ ਹੈਗੀ ਇਕੱਲੀ, ਨਾ, ਉਹ ਜੀਵਨ ਕਮਾ ਰਿਹਾ ਹੈ। ਉਹਨੂੰ ਪਤਾ ਮੈਂ ਕੁਝ ਵੱਡੀ ਚੀਜ਼ ਕਮਾਣੀ ਹੈ। ਉਹ ਫਿਰ ਛੋਟੀਆਂ ਚੀਜ਼ਾਂ ਤੋਂ ਬਾਹਰ ਆ ਜਾਂਦਾ ਹੈਗਾ। ਉਹਦੀ ਬਾਤ ਹੋ ਰਹੀ ਹੈ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬਾਨੀ। ਅਤੇ ਇਹੋ ਜਿਹਾ ਤੋਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਆਪ ਕੁਰਬਾਨ ਜਾਨਾ ਵਾਂ। ਜਿਹੜੇ ਇਸ ਪਾਥ ਆਫ ਲਾਈਫ ਨੂੰ ਜਿਹੜਾ ਹੈਗਾ ਉਸ ਨੂੰ ਅਡਾਪਟ ਕਰਦੇ, ਉਹਦੇ ਉੱਤੇ ਤੁਰਦੇ ਹੈਗੇ ਨੇ। ਅਗਲਾ ਬਚਨ ਲਿਖਿਆ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾ ਨੈਣੀ। ਇਹਨਾਂ ਨੂੰ ਤਾਂ ਗੁਰੂ ਮਹਾਰਾਜ ਕਹਿੰਦੇ ਮੈਂ ਨੈਣਾ ਨਾਲ ਦੇਖਣਾ ਚਾਹੁੰਦਾ, ਜਿਹੜੇ ਇਹੋ ਜਿਹੇ ਜੀਵਨ, ਇਹੋ ਜਿਹੀ ਵੇ ਆਫ ਲਾਈਫ ਜਿਹੜੀ ਹੈ ਉਹ ਜੀ ਰਹੇ ਨੇ। ਭਾਵ ਇਤਨੇ ਸਤਿਕਾਰਤ ਹੋ ਜਾਂਦੇ। ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਅਤੇ ਅੰਤਲੀ ਬਾਤ ਇਹ ਹੈ ਕਿ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ। ਇੱਥੇ ਗੁਰੂ ਸ਼ਬਦ ਦੇ ਉਸ ਸਿੱਖਿਆ, ਉਸ ਸੋਰਸ ਆਫ ਵਿਜ਼ਡਮ ਦੀ ਗੱਲ ਹੋ ਰਹੀ, ਉਸ ਇਨਲਾਈਟਮੈਂਟ ਦੇਣ ਵਾਲੀ ਉਸ ਟੀਚਿੰਗਸ ਦੀ ਗੱਲ ਹੋ ਰਹੀ। ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾਂ। ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਜਿਹਨੇ ਮੇਰਾ ਅਸਲ ਸੈਣ ਸੱਜਣ ਮੈਨੂੰ ਮਿਲਾ ਦਿੱਤਾ। ਭਾਵ ਜਿਹੜਾ ਅਸਲ ਮੇਰਾ ਆਪਾ ਸੀਗਾ, ਜਿਹੜੀ ਮੇਰੀ ਰੀਅਲ ਸੈਲਫ ਸੀਗੀ, ਮੈਨੂੰ ਉਹ ਅਟੇਨ ਕਰਨ ਦੀ ਮੈਨੂੰ ਜਾਚ ਸਿਖਾ ਦਿੱਤੀ। ਸਭ ਰਹਿਮਤ ਕਰਨ ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾਲ ਚਤਾਰਨੀਆਂ ਇੱਥੇ ਹੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।